जी का खालसा वाहिगुरु जी की फतेह। भगत पावन भगत वचन करना निदान साहिब सतगुरु श्री गुरु ग्रंथ साहिब जियां दी पावन गोद विच काफ़ी समय तो बैठ करके श्री सुखमनी साहिब जी के जाप का आनंद मान रहे सी। भागा भरिया समा गुरु कृपा सदका प्राप्त होया है। आओ इस समय नूं गुरु चरणों में सफला बनाइए। सच्चे पातशाह जी की पावन जीवन गाथा दे विचों आप जी ने सरवण कीता सी गुरु नानक साहब जियां ने सुल्तानपुर लोधी के काजी नूं शमशाना विच बैठ के उपदेश बख्शिश कीता। मेहर मसीत सिदक मुसल्ला हक हलाल कुरान दूजा अमृत वचन हिंदू बोले भूले अखुटी जाहे नाद कहया से फौज कहा। बड़े विस्तार से सतगुरां ने इन्हां दे भाव दसे। जे जीवन विच शुभ कर्म नहीं हृदय विच प्रेम नहीं भावे हिंदू है मुसलमान है सिख है खाली है खोखा है। सतगुरां दे वचनां नूं सुन के काजी बड़ा शर्मिंदा होया क्योंकि अंदर ईर्खा भरी हुई है। ईर्खा वस इंसान नूं दिता होया ज्ञान जहर दा काम करदा है। काजी ने सतगुरां दे वचनां नूं सुनिया पता है सच्चे ने पर चुप रहे आ। हाथ जोड़ के उठ गया। इथों तक आप जियां ने पावन कथा का आनंद माणिया। आओ कुछ समा मनचित व्यक्तियों को एकाग्रचित बनाइए। पाओ प्रेम की सांझ बख्शो आसीस गज बज के आखो जी सतनाम श्री वाहिगुरु साहिब जी सतनाम श्री वाहिगुरु साहिब जी। दोहरा मुसलमान मग हिंद को असबिद लिहो पशान कर्म न शुभ कर ही उभय झूठे नाम बखान। जिस वेले काजी सतगुरां दे सामने बैठा है ये वाकया सुल्तानपुर लोधी के शमशाना दा है। गुरु नानक साहब महाराज आखण लगे भावे हिंदू है भावे है मुसलमान जे कर्म शुद्ध नहीं सच्चे मार्ग नहीं चलते गुरु साहब आखदे कि दोनों ही झूठे हैं। कर्म कहता है अमल कर अमल नाम है कर्मां दा। जे शुभ अमल नहीं कीते जे शुभ कर्म नहीं कमाए नाम करके धर्मी होना फर्जी धर्मी है। फर्जी सतगुर कहते फर्जी मुसलमान है फर्जी हिंदू है। जे भाई दोनों के कर्म नेक नहीं कर्म चंगे नहीं इंसान अपने कर्मा करके गिणिया जाता है। जब भी दुनिया तो कोई जाता है ਉਹਦੀ ਚੰਗਿਆਈ ਤੇ बुराई मैटर करती ਉਹਦੇ कर्म नहीं। इंसान किहो जा सी की कुछ करता सी कर्मा करके मनुख जानिया जाता है कर्मा करके किरदार जानिया जाता है।
ਤੇ ਕਰਮ ਚੰਗੇ ਹੋਣਗੇ, ਧਰਮ ਚੰਗਾ ਲੱਗੇਗਾ। ਸ਼ੁਭ ਕਰਮਾਂ ਕਰਕੇ ਹੀ ਧਰਮ ਜੀਵਨ ਵਿੱਚ ਆਏਗਾ। ਸਤਿਗੁਰ ਕਹਿੰਦੇ ਕਾਜੀ ਜੀ, ਜੇ ਅੰਦਰ ਸ਼ੁਭ ਕਰਮ ਨਹੀਂ, ਰੱਬ ਲਈ ਪ੍ਰੇਮ ਨਹੀਂ, ਮੁਸਲਮਾਨ ਹੋਵੇ ਭਾਵੇਂ ਹੋਵੇ ਹਿੰਦੂ, ਦੋਨੋਂ ਝੂਠੇ ਹਨ। ਚੌਪਈ ਮਗ ਭੂਲੇ ਫਿਰ ਹੀ ਲੁਧਿਆਣਾ, ਕੈਸੇ ਪਹੁੰਚੇ ਸੁਖ ਅਸਥਾਨਾ। ਸ਼ੁਭ ਕਰਮਾਂ ਤੋਂ ਬਗੈਰ ਦੋਨੋਂ ਹੀ ਕਹਿੰਦੇ ਇਦਾਂ ਭਟਕੇ ਫਿਰਦੇ ਨੇ ਜਿਵੇਂ ਕੋਈ ਇਨਸਾਨ ਜੰਗਲ ਵਿੱਚ ਭਟਕਦਾ ਫਿਰਦਾ ਹੋਵੇ। ਜੰਗਲ ਵਿੱਚ ਭਟਕੇ ਲੋਕ ਬੜੀ ਵਾਰ ਐਸਾ ਹੋਇਆ ਵਾਪਸ ਨਹੀਂ ਆਉਂਦੇ। ਕਈ ਮਾਈਲ, ਕਈ ਕਿਲੋਮੀਟਰਾਂ ਦੇ ਜੰਗਲ ਨੇ, ਗੋਸਵਾਨਾਂ ਦੇ ਜੰਗਲ, ਐਮਾਜ਼ੋਨ ਦੇ ਜੰਗਲ ਵੀ ਉਹ ਨਹੀਂ ਜਿਨ੍ਹਾਂ ਜੰਗਲਾਂ ਵਿੱਚ ਭਟਕੇ ਹੋਏ ਮਨੁੱਖ ਕਦੇ ਵਾਪਸ ਨਹੀਂ ਆਏ। ਬਿਨਾਂ ਕਿਸੇ ਡਿਵਾਈਸ ਤੋਂ, ਬਿਨਾਂ ਕਿਸੇ ਕਾਰਨ ਤੋਂ ਜਿਹੜੇ ਗਏ। ਸਤਿਗੁਰ ਕਹਿੰਦੇ ਭਾਈ ਮਨੁੱਖ ਅਗਿਆਨਤਾ ਦੇ ਭਰਮਾਂ 'ਚ ਤੁਰਿਆ ਫਿਰਦਾ ਹੈ। ਇਹਨੇ ਧਰਮ ਨੂੰ ਵੀ ਆਪਣੀ ਅਗਿਆਨਤਾ ਦੇ ਨਾਲ ਜੋੜਿਆ। ਇਹਨੂੰ ਧਰਮ ਦੇ ਵਿੱਚ ਵੀ ਕੁਝ ਚੀਜ਼ਾਂ ਖਾਸ ਲੱਗਦੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜਾ ਕੁਝ ਬਾਣੀ ਵਿੱਚ ਦਰਜ ਕੀਤਾ। ਇੱਕ ਅੰਨਾ ਸੀ, ਦੂਜਾ ਪੈ ਗਿਆ ਜੰਗਲਾਂ ਦੇ ਰਾਹ, ਮੈਂ ਕਰਦਾ ਫਿਰਦਾ ਹੈ, ਪਰ ਦਿਸਿਆ ਹੀ ਨਹੀਂ ਉਹ ਗਿਆਨ ਦਾ ਰਸਤਾ, ਰੱਬ ਦਾ ਰਾਹ ਪਤਾ ਹੀ ਨਹੀਂ ਲੱਗਿਆ। ਪਰ ਰਾਹ ਤੇ ਚੱਲਣ ਦੇ ਦਾਅਵੇ ਕਰਦਾ ਹੈ ਵੀ ਮੈਂ ਉਸੇ ਰਾਹ ਜਾ ਰਿਹਾ, ਮੈਂ ਠੀਕ ਹਾਂ। ਸਤਿਗੁਰ ਕਹਿੰਦੇ ਭਾਈ ਜੇ ਉਦਿਆਨ ਵਿੱਚ ਪੈ ਗਿਆ, ਟੇਢੇ ਜੰਗਲਾਂ ਵਿੱਚ ਪੈ ਗਿਆ ਨਾ, ਮਨ ਵਿੱਚ ਭਰਮ ਪਾਲ ਕੇ ਬਹਿ ਗਿਆ ਮੇਰੇ ਕਰਮ ਚੰਗੇ ਨੇ, ਜੇ ਕਰਮਾਂ ਪਿੱਛੇ ਹੰਕਾਰ ਆ ਗਿਆ ਦੋਨੋਂ ਡੁੱਬਣਗੇ। ਸੁਣ ਕਰ ਕਾਜੀ ਲੱਜਤ ਹੋਤ, ਜਿਉ ਰਬ ਆਗੇ ਰੀਨਨ ਜੋਤ। ਜਿਹੜਾ ਕਾਜੀ ਸਤਿਗੁਰਾਂ ਨੂੰ ਸਮਝਾਉਣ ਵਾਸਤੇ ਚੱਲ ਕੇ ਆਇਆ ਸੀ, ਲੋਕਾਂ ਨੂੰ ਨਾਲ ਲੈ ਕੇ, ਗੁਰੂ ਸਾਹਿਬ ਦੇ ਬਚਨਾਂ ਨੂੰ ਜਿਹੜੇ ਜ਼ਾਹਰ ਤੇ ਪ੍ਰਤੱਖ ਸਨ, ਸ਼ਰਮਿੰਦਾ ਹੋਇਆ, ਲੱਜਤ ਹੋਇਆ, ਸਿਰ ਨੀਵਾਂ ਕੀਤਾ, ਆਖਰਕਾਰ ਖਿਜਿਆ ਹੋਇਆ ਉੱਠ ਗਿਆ। ਹੰਕਾਰੀ ਤੇ ਈਰਖਾਵਾਨ ਬੰਦਾ ਜੋ ਅੰਦਰ ਸਿਰਫ ਦੂਜੇ ਦੇ ਗੁਣਾਂ ਨੂੰ ਵੇਖ ਸੜਦਾ ਤੇ ਸਾੜਾ ਰੱਖਦਾ ਹੈ, ਉਹਨੂੰ ਕੋਈ ਗਿਆਨ ਦੀ ਗੱਲ ਕਹਿ ਦੋਗੇ ਉਹ ਟੁੱਟ ਕੇ ਬਹਿ ਜਾਏਗਾ, ਸੁਣੇਗਾ ਨਹੀਂ। ਕਾਜੀ ਨੇ ਸਤਿਗੁਰਾਂ ਦਾ ਉਪਦੇਸ਼ ਸੁਣਿਆ, ਸੁਣ ਕੇ ਮੰਨਿਆ ਹੀ ਨਹੀਂ, ਕਿਉਂਕਿ ਕਾਜੀ ਨੂੰ ਲੱਗਦਾ ਮੈਂ ਸਿਆਣਾ ਬੜਾ, ਮੈਂ ਸੋਝੀ ਵਾਲਾ। ਪਰ ਜਦੋਂ ਸਤਿਗੁਰਾਂ ਨੇ ਵਿਖਾ ਦਿੱਤਾ ਨਾ ਸਾਹਮਣੇ ਵੀ ਤੇਰਾ ਧਰਮ ਇੱਥੇ ਖੜਿਆ, ਤੇਰੇ ਧਰਮ ਤੋਂ ਭਾਵ ਕੀ ਵੀ ਇਸਲਾਮ ਮਾੜਾ ਹੈ, ਹਿੰਦੂ ਧਰਮ ਮਾੜਾ ਹੈ, ਨਹੀਂ, ਤੇਰੇ ਹਿਰਦੇ ਦਾ ਤਲ ਮਾੜਾ ਹੈ, ਤੂੰ ਆਪਣੇ ਆਪ ਨੂੰ ਮਹਾਨ ਬਣਿਆ ਫਿਰਦਾ, ਤੂੰ ਤੇ ਧਰਮਾਂ ਨੂੰ ਜਾਣਿਆ ਹੀ ਨਹੀਂ। ਹਿੰਦੂ ਵੀ ਬੁੱਧ ਦੀ ਪੂਜਾ ਕਰਦੇ ਫਿਰਦੇ, ਬੁੱਧ ਪੂਜ ਹਿੰਦੂ ਹੋਏ, ਤੁਰਕ ਹੋਏ, ਸਿਰ ਨਹੀਂ। ਕਹਿੰਦੇ ਇਸਲਾਮ ਦੇ ਲੋਕ ਵੀ ਸਜਦੇ ਕਰਦੇ ਫਿਰਦੇ ਆ, ਪਰ ਰੱਬ ਦੇ ਬਣਾਏ ਬੰਦਿਆਂ ਨਾਲ ਨਫ਼ਰਤ ਕਰਦੇ ਆ। ਪਰਮਾਤਮਾ ਦੀ ਬਣਾਈ ਹੋਈ ਮਨੁੱਖਤਾ ਦੇ ਨਾਲ ਇਹ ਜ਼ੁਲਮ ਢਾਉਂਦੇ ਆ, ਪ੍ਰੇਮ ਨਹੀਂ ਬਣਦਾ। ਕਾਜੀ ਉੱਠ ਕੇ ਬਾਹਰ ਆ ਗਿਆ, ਕਹਿੰਦਾ ਇਹਨੂੰ ਸੋਝੀ ਨਹੀਂ ਹੈ, ਇਹਨੂੰ ਮਤ ਨਹੀਂ ਹੈ, ਇਹ ਪਤਾ ਨਹੀਂ ਕਿਹੜੀ ਦੁਨੀਆ ਦੀਆਂ ਗੱਲਾਂ ਕਰਦਾ। ਭਰਿਆ ਹੋਇਆ ਕਾਜੀ ਹੰਕਾਰ ਦਾ ਉੱਠ ਕੇ ਸ਼ਮਸ਼ਾਨ ਤੋਂ ਬਾਹਰ ਆ ਗਿਆ। ਮੈਂ ਬੋਲਿਓ ਕਸ਼ ਪੂਸ਼ਨ ਭਇਓ, ਉੱਤਰ ਆਵਨਾ ਉੱਠ ਕਰ ਗਇਓ। ਹੁਣ ਕਾਜੀ ਭੱਜਿਆ ਕਿਉਂ ਹੈ? ਜੋ ਸਮਝਾਉਣ ਸਤਿਗੁਰਾਂ ਨੂੰ ਆਇਆ ਸੀ, ਸਮਝਾ ਕਿਉਂ ਨਾ ਸਕਿਆ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਦਾ ਉੱਤਰ ਨਹੀਂ ਸੀ ਇਹਦੇ ਕੋਲ, ਜਵਾਬ ਨਹੀਂ ਸੀ। ਤੇ ਜਿੱਥੇ ਜਵਾਬ ਨਾ ਆਵੇ ਉੱਥੇ ਖਹਿੜਾ ਛਡਾਉਣਾ ਹੀ ਚੰਗਾ ਹੁੰਦਾ ਹੈ। ਉੱਠ ਕੇ ਚਲੇ ਜਾਣਾ, ਅੱਖਾਂ ਨਾ ਮਿਲਾਉਣੀਆਂ, ਸਾਹਮਣਾ ਨਾ ਕਰਨਾ, ਇੱਕ ਕਮਜ਼ੋਰੀਆਂ ਦੀ ਦਾਸਤਾਨ ਹੈ। ਸੱਚਾ ਤੇ ਖਰਾ ਬੰਦਾ ਤੇ ਸਾਹਮਣੇ ਖੜ ਕੇ ਅੱਖ ਚੱਕ ਪਾ ਕੇ ਗੱਲ ਕਰਦਾ। ਕਾਜੀ ਤੋਂ ਰੁਕਿਆ ਨਹੀਂ ਗਿਆ, ਕਾਜੀ ਤੋਂ ਬੈਠਿਆ ਨਹੀਂ ਗਿਆ, ਉਹ ਚੁੱਪ ਚਪੀਤਾ ਨਿਕਲਿਆ। ਪਹਿਲਾਂ ਤੇ ਬੋਲਦਾ ਰਿਹਾ ਸ਼ਮਸ਼ਾਨ ਚ, ਕਹਿੰਦਾ ਇਹਨੂੰ ਕੀ ਪਤਾ ਹੈ। ਬਾਹਰ ਆ ਕੇ ਉਹਨੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਚੁੱਪਚਾਪ ਆਪਣੇ ਘਰ ਚਲੇ ਗਿਆ। ਕਿਤੇ ਨਾ ਕਿਤੇ ਸਤਿਗੁਰਾਂ ਦੇ ਕਹੇ ਬਚਨ ਅੰਦਰੋਂ ਸਤਾ ਰਹੇ ਸੀ ਵੀ ਗੱਲਾਂ ਤੇ ਸੱਚੀਆਂ ਨੇ। ਮੈਂ ਤਾਂ ਨਹੀਂ ਮੰਨਦਾ, ਜੇ ਮੈਂ ਮੰਨ ਲੀਆਂ ਲੋਕੀ ਕਹਿਣਗੇ ਕਾਜੀ ਦੇ ਪੱਲੇ ਕੱਖ ਨਹੀਂ, ਆਖੋ ਸਤਿਨਾਮ। ਬੜੀ ਵਾਰ ਸਾਨੂੰ ਪਤਾ ਹੁੰਦਾ ਸਾਹਮਣੇ ਵਾਲਾ ਸਾਡੇ ਫਾਇਦੇ ਦੀ ਗੱਲ ਕਰਦਾ, ਉਹ ਸਾਨੂੰ ਚੰਗੀਆਂ ਗੱਲਾਂ ਦੱਸਦਾ ਹੈ, ਪਰ ਕਿਤੇ ਕਿਤੇ ਈਗੋ ਹਰਟ ਹੁੰਦੀ ਆ ਵੀ ਜੇ ਮੈਂ ਇਹਦੀ ਗੱਲ ਮੰਨ ਲਈ ਇਹਦਾ ਮਤਲਬ ਮੈਨੂੰ ਕਸੂਰਵਾਰ ਦੱਸੇਗਾ, ਗੁਨਾਹਗਾਰ ਰੱਖੇਗਾ। ਕਾਜੀ ਤਾਂ ਉੱਠਿਆ ਸੀ, ਬੇਸ਼ੱਕ ਧਰਮੀ ਹੈ, ਇਹੀ ਤੇ ਸਤਿਗੁਰ ਸਮਝਾ ਕੇ ਹਟੇ ਸੀ, ਕਹਿੰਦੇ ਤੇਰੇ ਕਰਮ ਚੰਗੇ ਨਹੀਂ, ਕਰਤੂਤ ਪਸ਼ੂ ਕੀ ਮਾਨਸ ਜਾਤ,
ਕਰਮ ਤੇ ਪਸ਼ੂਆਂ ਵਾਲੇ ਨੇ, ਮਨੁੱਖਾ ਸਰੀਰ ਜ਼ਰੂਰ ਬੰਦੇ ਦੇ ਕੋਲੇ ਹੈ, ਕਰਤੂਤਾਂ ਤੇ ਇਨਸਾਨਾਂ ਵਾਲੀਆਂ ਵੀ ਨਹੀਂ। ਜਦੋਂ ਕਾਜੀ ਭੱਜਿਆ, ਲੋਕ ਪੁੱਛਦੇ ਆ ਕਿ ਇਹਨੂੰ ਕੀ ਹੋਇਆ, ਉਹ ਨਹੀਂ ਜਵਾਬ ਦੇ ਰਿਹਾ। ਇੱਕ ਪਲ ਵੀ ਸਤਿਗੁਰਾਂ ਸਾਹਮਣੇ ਨਹੀਂ ਠਹਿਰ ਸਕਿਆ। ਜਿਵੇਂ ਸੂਰਜ ਦੇ ਸਾਹਮਣੇ ਮੋਮਬੱਤੀ ਤੇ ਦੀਵੇ ਦੀ ਕੋਈ ਔਕਾਤ ਨਹੀਂ, ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਪ੍ਰਹਾਰ ਸਾਹਮਣੇ ਕਾਜੀ ਟਿਕ ਨਾ ਪਾਇਆ। ਕੋ ਨਰ ਨੁਤ ਕੋ ਨਿੰਦਾ ਕਰੀ, ਮੂਰਖ ਸਮਝ ਨਾ ਪਾਇਨ ਪਰਹੀ। ਇਸ ਵੇਲੇ ਦੋ ਪ੍ਰਕਾਰ ਦੀਆਂ ਗੱਲਾਂ ਹੋ ਰਹੀਆਂ। ਕਾਜੀ ਦੇ ਭੱਜਣ ਤੋਂ ਬਾਅਦ ਕਈ ਲੋਕ ਤੇ ਕਰਦੇ ਨੇ ਸਤਿਗੁਰਾਂ ਦੀ ਨਿੰਦਿਆ, ਤੇ ਕਈ ਕਰਦੇ ਸਤਿਗੁਰਾਂ ਦੀ ਸ਼ੋਭਾ। ਕਹਿੰਦੇ ਵੇਖਿਆ ਕਾਜੀ ਨੂੰ ਜਵਾਬ ਨਹੀਂ ਆਇਆ। ਤੇ ਕਈ ਕਹਿੰਦੇ ਜੀ ਕਾਜੀ ਸਿਆਣਾ ਸੀ, ਉਹ ਕਹਿੰਦਾ ਮੈਂ ਝੱਲੇ ਕਮਲੇ ਨਾਲ ਕੀ ਮੱਥਾ ਮਾਰਨਾ। ਦੋ ਤਰ੍ਹਾਂ ਦੇ ਲੋਕ ਨੇ, ਦੋਨੋਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਪਰ ਗੁਰੂ ਨਾਨਕ ਸਾਹਿਬ ਜੀ ਵਾਸਤੇ ਇਹਨਾਂ ਗੱਲਾਂ ਦਾ ਕੋਈ ਮਾਇਨਾ ਨਹੀਂ ਹੈ। ਉਹ ਦੁਨੀਆ ਨੂੰ ਖੁਸ਼ ਕਰਨ ਵਾਸਤੇ ਨਹੀਂ ਆਏ, ਜ਼ਮਾਨੇ ਵਿੱਚ ਉਲਝਣ ਵਾਸਤੇ ਨਹੀਂ ਆਏ। ਜਿਉਂ-ਜਿਉਂ ਇਹ ਕਾਜੀ ਦੀ ਘਟਨਾ ਵਾਪਰਨ ਤੋਂ ਬਾਅਦ ਦਾ ਸਮਾਂ ਬਤੀਤ ਹੋਇਆ, ਕਹਿੰਦੇ ਲੋਕ ਆਪਸ 'ਚ ਕਹਿਣ ਲੱਗ ਪਏ, ਕੋਈ ਸਤਿਗੁਰਾਂ ਦੇ ਹੱਕ 'ਚ ਬੋਲਦਾ ਹੈ, ਕੋਈ ਗੁਰੂ ਸਾਹਿਬ ਦੇ ਵਿਰੋਧ 'ਚ ਬੋਲਦਾ ਹੈ। ਸਤਿਗੁਰ ਨਹੀਂ ਬੋਲਦੇ, ਨਾ ਕਿਸੇ ਨੂੰ ਚੰਗਾ ਨਾ ਕਿਸੇ ਨੂੰ ਮਾੜਾ, ਲੋਕ ਜਿਦੋਂ ਜਿੱਦੀ ਲੜੀ ਜਾਂਦੇ। ਅੱਜ ਵੀ ਸਮਾਜ ਵਿੱਚ ਇੱਦਾਂ ਹੀ ਹੈ। ਵੱਡੇ ਲੋਕ ਚੁੱਪ ਬੈਠੇ ਨੇ, ਜਿਹੜੇ ਉਹਨਾਂ ਦੇ ਚਮਚੇ ਹੁੰਦੇ ਉਹ ਲੜਦੇ ਫਿਰਦੇ ਆ, ਭਿੜਦੇ ਫਿਰਦੇ ਆ, ਪਰ ਵੱਡਿਆਂ ਨੂੰ ਫਰਕ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਦੇ ਕੁਝ ਪੈਰੋਕਾਰ ਜੋ ਗੁਰੂ ਸਾਹਿਬ ਨੂੰ ਸਿਰਫ ਇੰਨਾ ਜਾਣਦੇ ਆ ਵੀ ਚੰਗਾ ਇਨਸਾਨ ਹੈ, ਸਿਰਫ ਇੰਨਾ ਹੀ ਜਾਣਦੇ ਵੀ ਭਗਤ ਆਦਮੀ ਹੈ, ਨਾ ਉਹਨਾਂ ਨੂੰ ਰੱਬ ਦੀ ਪਛਾਣ ਹੈ, ਨਾ ਗੁਰੂ ਸਾਹਿਬ ਦੇ ਕਦੇ ਨੇੜੇ ਆਏ ਆ। ਬਸ ਇੰਨਾ ਕੀ ਪਤਾ ਜੀ ਚੰਗੇ ਇਨਸਾਨ ਦਾਨ ਪੁੰਨ ਕਰਦੇ ਆ, ਉਹ ਬੜੇ ਪੈਰੋਕਾਰ, ਉਹ ਸਤਿਗੁਰਾਂ ਦੇ ਹੱਕ 'ਚ ਲੜਦੇ ਫਿਰਦੇ ਆ। ਤੇ ਜਿਹੜੇ ਕਰਦੇ ਸੀ ਵਿਰੋਧ, ਕਹਿੰਦੇ ਮੋਦੀ ਖਾਨਾ ਲਟਾਤਾ, ਇਹਦੇ ਕੋਲ ਕੁਛ ਨਹੀਂ, ਉਹ ਵਿਰੋਧਤਾ ਕਰਦੇ ਫਿਰਦੇ, ਮਾੜਾ ਬੋਲਦੇ ਆ। ਪਰ ਗੁਰੂ ਸਾਹਿਬ ਦੇ ਭਗਤ ਸੇਵਕ ਨਾ ਚੰਗਾ ਕਹਿੰਦੇ ਨਾ ਮਾੜਾ ਕਹਿੰਦੇ। ਉਹ ਕਹਿੰਦੇ ਸਾਨੂੰ ਜੋ ਪ੍ਰਾਪਤ ਹੋ ਗਿਆ ਭਾਗਸ਼ਾਲੀ ਹੋ, ਜੋ ਵਾਹਿਗੁਰੂ ਨੇ ਸਾਨੂੰ ਦਿੱਤਾ ਨਾ ਕਿਸੇ ਹੋਰ ਕੋਲ ਨਹੀਂ, ਉਹ ਸ਼ੁਕਰਗੁਜ਼ਾਰ। ਗੁਰੂ ਨਾਨਕ ਸਾਹਿਬ ਜੀ ਦੇ ਸੰਗੀ ਉਹਨਾਂ ਕੋਲ ਆ ਕੇ ਬਹਿੰਦੇ ਆ। ਹੁਣ ਇਹ ਵੀ ਆ ਕੇ ਨਹੀਂ ਦੱਸਦੇ ਮਰਦ ਲੋਕ ਨਿੰਦਿਆ ਕਰਦੇ ਆ, ਕਿਉਂਕਿ ਉਹਨਾਂ ਕੋਲ ਮਾਤਾ ਨਹੀਂ, ਉਹਨਾਂ ਕੋਲ ਗਿਆਨ ਆ ਗਿਆ ਏ। ਭਾਉ ਭਗਤ ਜਹ ਜਗ ਪ੍ਰਗਟਾਨਾ, ਵੈਸੇ ਰਹੇ ਮਸਾਨ ਸਥਾਨਾ। ਹੁਣ ਇਹ ਸਮਾਂ ਵੀ ਸਤਿਗੁਰਾਂ ਦਾ ਮਸਾਣਾ ਵਿੱਚ ਬਤੀਤ ਹੋ ਰਿਹਾ ਹੈ। ਭਾਉ ਭਗਤੀ ਪ੍ਰੇਮ ਦੀ ਗੱਲ ਸਤਿਗੁਰ ਕਰਦੇ ਆ। ਹੁਣ ਜੇ ਕੋਈ ਗਿਆਨ ਲੈਣ ਆਉਂਦਾ ਤੇ ਗੁਰੂ ਬਖਸ਼ ਰਹੇ ਆ। ਸਤਿਗੁਰ ਬੋਲਣ ਲੱਗ ਪਏ ਸਭ ਨਾਲ, ਪਹਿਲਾਂ ਨਹੀਂ ਸੀ ਬੋਲਦੇ, ਚੁੱਪ ਰਹਿੰਦੇ ਸੀ। ਘਰ ਪਰਿਵਾਰ ਵਾਲੇ ਵੀ ਆਉਂਦੇ ਸੀ, ਕਿਸੇ ਗੱਲ ਦਾ ਜਵਾਬ ਨਹੀਂ ਸੀ। ਹੁਣ ਗੁਰੂ ਸਾਹਿਬ ਨੇ ਥੋੜਾ ਜਿਹਾ ਸੁਭਾਅ ਖੋਲਿਆ ਕਾਜੀ ਦੇ ਆਉਣ ਤੋਂ ਬਾਅਦ। ਜਿਵੇਂ ਦੀ ਕੋਈ ਗੱਲ ਕਰਦਾ ਹੈ ਉਸੇ ਤਰ੍ਹਾਂ ਦਾ ਜਵਾਬ ਦਿੰਦੇ ਨੇ। ਇਹ ਸ਼ਨ ਹੁਤੋ ਭਗੀਰਥ ਪਾਸੂ, ਦਰਸ਼ਨ ਕਰਤ ਪਾਏ ਸੁਖ ਰਾਸੂ। ਹੁਣ ਸਤਿਗੁਰਾਂ ਦੇ ਨਾਲ ਕੇਵਲ ਤੇ ਕੇਵਲ ਭਾਈ ਭਗੀਰਥ ਰਹਿੰਦੇ ਆ ਸ਼ਮਸ਼ਾਨਾਂ ਦੇ ਵਿੱਚ। ਸਤਿਗੁਰ ਵੇਖਦੇ ਆ, ਸਿੱਖ ਨੇ ਕਦੇ ਨਹੀਂ ਰੋਸਾ ਕੀਤਾ। ਮਰਦ ਕਿਹੜੀ ਥਾਂ ਬੈਠੇ ਹੋ, ਬੰਦਿਆਂ ਦੇ ਬਹਿਣ ਦੇ ਲਾਇਕ ਥਾਂ ਥੋੜੀ ਹੈ, ਕਦੇ ਰੋਸਾ ਨਹੀਂ ਕੀਤਾ। ਭਾਈ ਭਗੀਰਥ ਅੰਦਰੋਂ ਬੜਾ ਖੁਸ਼, ਬੜਾ ਸੁਖੀ ਹੈ, ਬੜਾ ਸੰਤੁਸ਼ਟ ਹੈ। ਲੋਕਾਂ ਨੇ ਆ ਕੇ ਕਹਿਣਾ ਓਏ ਤੂੰ ਵੀ ਆਪਣੇ ਗੁਰੂ ਮਗਰ ਲੱਗ ਗਿਆ, ਤੂੰ ਤੇ ਬੈਠੇ ਆ ਕਬਰਸਤਾਨਾਂ 'ਚ, ਤੂੰ ਤੇ ਚੰਗਾ ਭਲਾ ਘਰ ਜਾ ਸਕਦਾ ਹੈ। ਕਹਿੰਦਾ ਨਹੀਂ, ਜੋ ਸੁਖ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਮੈਨੂੰ ਕਿਤੇ ਹੋਰ ਨਹੀਂ ਮਿਲ ਸਕਦਾ। ਭਾਈ ਭਗੀਰਥ ਦੀ ਐਡੀ ਵੱਡੀ ਸ਼ਰਧਾ। ਭਾਈ ਬਾਲਾ ਜੀ ਆਉਂਦੇ ਆ, ਕਾਫੀ ਸਮਾਂ ਸਤਿਗੁਰਾਂ ਦੇ ਪਾਸ ਬੈਠੇ ਰਹਿੰਦੇ ਆ। ਮਰਨ ਭੇਜ ਦਿੰਦੇ ਆ, ਜਾਓ ਬਾਲਾ ਜੀ ਘਰ ਜਾਓ, ਚਲੇ ਜਾਂਦੇ ਆ। ਪਰ ਭਾਈ ਭਗੀਰਥ ਦਿਨ ਰਾਤ ਸਤਿਗੁਰਾਂ ਦੀ ਸੇਵਾ ਕਰਦੇ ਨੇ। ਆਵਾ ਮਨ ਸੁਖ ਪ੍ਰੇਮ ਉਮੰਗਾ, ਜੇ ਮਨ ਚੜਿਓ ਨਾਮ ਕੋ ਰੰਗਾ। ਇੰਨੇ ਨੂੰ ਭਾਈ ਮਨ ਸੁਖ ਲਾਹੌਰ ਦੇ ਵਸਣ ਵਾਲੇ ਸ਼ਾਹੂਕਾਰ ਜੋ ਪਹਿਲਾਂ ਚੱਲ ਕੇ ਆਏ ਸੀ, ਸਿੱਖੀ ਦੇ ਨਾਲ ਧਾਰਨ ਕੀਤੀ ਹੋਈ ਹੈ। ਮਨ 'ਚ ਖਿਆਲ ਆਇਆ ਚਲੋ ਸਮਾਂ ਇਹ ਗੁਰੂ ਦੀ ਸੰਗਤ ਵਿੱਚ ਬਤੀਤ ਕਰਕੇ ਆਈਏ। ਕਿਸੇ ਕਾਰਨ ਵਸ ਇਹਨੇ ਇਸ ਦੇਸ਼ ਨੂੰ ਛੱਡ ਕੇ ਜਾਣਾ ਸੀ। ਜਦੋਂ ਭਾਈ ਮਨ ਸੁਖ ਚੱਲ ਕੇ ਮੋਦੀ ਖਾਨੇ ਆਏ, ਪੁੱਛਿਆ ਗੁਰੂ ਸਾਹਿਬ ਕਿੱਥੇ ਆ, ਕਹਿੰਦੇ ਸ਼ਮਸ਼ਾਨ ਭੂਮੀ 'ਚ। ਮਨ ਸੁਖ ਇੱਕ ਵਾਰ ਸੁਣ ਕੇ ਬੜੇ ਹੈਰਾਨ ਹੋਏ, ਗੁਰੂ ਸਾਹਿਬ ਸ਼ਮਸ਼ਾਨ ਵਿੱਚ ਕਿਵੇਂ? ਚਲੋ ਫਿਰ ਵੀ ਭਾਵਨਾ ਬਹੁਤ ਵੱਡੀ ਸੀ। ਕਹਿੰਦੇ ਮੈਂ ਗੁਰਾਂ ਦੇ ਦਰਸ਼ਨ ਕਰਨੇ, ਜੇ ਥਾਂ ਮੈਟਰ ਨਹੀਂ ਕਰਦੀ, ਜਿੱਥੇ ਪਿਆਰਾ ਸੱਜਣ ਸਤਿਗੁਰ ਬੈਠਾ ਹੋਵੇ
ਉਹ ਥਾਂ ਭਾਵੇਂ ਸ਼ਮਸ਼ਾਨ ਹੋਵੇ ਜਾਂ ਵੀਰਾਨ ਹੋਵੇ, ਸਵਰਗ ਦਾ ਹੀ ਝੂਠਾ ਹੁੰਦਾ। ਆਖੋ ਸਤਿਨਾਮ। ਸੱਜਣ ਪਿਆਰਾ, ਭਾਈ ਮਨਸੁਖ ਪੁੱਛਦੇ ਪਛਾਉਂਦੇ ਇੱਥੇ ਆਏ। ਅੱਗੇ ਵੇਖਿਆ ਭਾਈ ਭਗੀਰਥ ਜੀ ਨੇ ਫਤਿਹ ਬੁਲਾਈ, ਸੀਸ ਨਵਾਇਆ, ਇੱਕ ਦੂਜੇ ਨੂੰ ਮਿਲੇ ਆ। ਚੱਲ ਕੇ ਸਤਿਗੁਰਾਂ ਦੇ ਕੋਲੇ ਆਏ। ਮਨਸੁਖ ਸ਼ਾਹੂਕਾਰ ਨੇ ਗੁਰਦੇਵ ਪਿਤਾ ਦੇ ਚਰਨਾਂ ਤੇ ਵੰਦਨਾ ਕੀਤੀ, ਸੀਸ ਰੱਖਿਆ। ਸਤਿਗੁਰਾਂ ਨੇ ਸੀਸ ਤੇ ਹੱਥ ਰੱਖ ਦਿੱਤਾ। ਮਨਸੁਖ ਸ਼ਾਹੂਕਾਰ ਗੁਰੂ ਨਾਨਕ ਸਾਹਿਬ ਦੀ ਪ੍ਰਸੰਨਤਾ ਤੇ ਸਤਿਗੁਰਾਂ ਦਾ ਰੂਪ ਵੇਖ ਬਲਿਹਾਰ ਜਾਂਦਾ ਏ। हाथ बंद खे बंधन कीने, पर्यो दंडवत मत रस पीने। वंदना करके सतगुਰਾਂ ਨੂੰ ਡੰਡੌਤ ਕਰਦਾ ਹੈ, ਬਾਰ-ਬਾਰ ਮੱਥੇ ਟੇਕਦਾ ਮਨਸੁਖ ਸ਼ਾਹੂਕਾਰ। ਉਹਨੇ ਇਹ ਨਹੀਂ ਵੇਖਿਆ ਵੀ ਇੱਥੇ ਮੁਰਦਿਆਂ ਦੀ ਸਵਾਹ ਖਿਲ ਰਹੀ ਹੈ, ਸਤਿਗੁਰ ਕਿੱਥੇ ਬੈਠੇ ਨੇ, ਨਾ ਕੋਈ ਚਾਦਰ, ਨਾ ਕੋਈ ਦਰੀ, ਨਾ ਕੋਈ ਸੇਵਕ, ਨਾ ਕੋਈ ਲੋਕ। ਨਹੀਂ, ਪ੍ਰੇਮ ਹੈ। ਜਿੱਥੇ ਪ੍ਰੇਮ ਹੈ ਨਾ, ਉੱਥੇ ਇੱਕ ਪਲ ਵੀ ਸਤਿਗੁਰ ਪਿਆਰੇ ਵਾਜੋ ਰਿਹਾ ਨਹੀਂ ਹੁੰਦਾ। ਇੱਕ ਘੜੀ ਨਾ ਮਿਲਦੇ ਤਾਂ ਕਲ ਜੁਗ ਹੋਗਾ। ਇਹ ਹਾਲਤ ਸੀ ਭਾਈ ਮਨਸੁਖ ਸ਼ਾਹੂਕਾਰ ਦੀ। ਇੱਕ ਪਲ ਵੀ ਗੁਰੂ ਨਾਨਕ ਸਾਹਿਬ ਦੇ ਖਿਆਲਾਂ ਤੋਂ ਬਾਹਰ ਨਹੀਂ ਸੀ ਰਹਿੰਦਾ। ਕੰਮਕਾਰ ਕਰਦਾ, ਤੁਰਦਾ ਫਿਰਦਾ, ਹਰ ਵੇਲੇ ਸਤਿਗੁਰਾਂ ਦੀ ਸੂਰਤ ਧਿਆਨ ਵਿੱਚ, ਮਨ ਵਿੱਚ ਮਿਲਣ ਲਈ ਤੜਫਦਾ ਰਹਿੰਦਾ ਸੀ। ਕਿਵੇਂ ਜਾਵਾਂ, ਕਿਵੇਂ ਦੀਦਾਰ ਕਰਾਂ, ਕਿਵੇਂ ਗੁਰੂ ਸਾਹਿਬ ਨੂੰ ਮਿਲਾਂ। ਜਦੋਂ ਲੋਕਾਂ ਨੇ ਕਿਹਾ ਨਾ ਸ਼ਮਸ਼ਾਨ 'ਚ ਬੈਠੇ ਨਾ ਜਾਈਂ ਉੱਥੇ, ਉਹਨੇ ਥੋੜਾ ਕਿਹਾ ਵੀ ਮੈਂ ਨਹੀਂ ਜਾਣਾ, ਲੋਕ ਡਰਾਉਂਦੇ ਆ। ਕਹਿੰਦਾ ਸੱਜਣ ਮੇਰਾ ਜਿਹੋ ਜਿਹਾ ਮਰਜ਼ੀ ਹੋਵੇ, ਪਰ ਹੈ ਮੇਰਾ ਸਤਿਗੁਰ, ਮੇਰਾ ਪਿਆਰਾ ਹੈ। ਮਨਸੁਖ ਸ਼ਾਹੂਕਾਰ ਨਮਸਕਾਰ ਕਰ ਮਹਾਰਾਜ ਦੇ ਸਾਹਮਣੇ ਬਹਿ ਗਏ, ਕੋਲ ਬਹਿ ਗਏ ਨੇ ਭਾਈ ਭਗੀਰਥ। ਦੁਨੀਆਦਾਰੀ ਆਉਂਦੀ ਹੈ, ਚਲੇ ਜਾਂਦੀ ਹੈ, ਲੋਕ ਨਹੀਂ ਕੋਲ ਬੈਠੇ। ਹੁਣ ਮਨਸੁਖ ਸ਼ਾਹੂਕਾਰ ਜਿਸ ਦਿਨ ਦਾ ਗੁਰੂ ਚਰਨਾਂ ਨਾਲ ਜੁੜਿਆ, ਉਹਦਾ ਲਿਬਾਸ ਬਦਲ ਗਿਆ, ਪਹਿਰਾਵਾ ਬਦਲ ਗਿਆ। ਅੱਗੇ ਪਹਿਰਾਵਾ ਪਾਉਂਦਾ ਸੀ ਸਿੱਖਾਂ ਵਾਲਾ, ਸ਼ਾਹੂਕਾਰਾਂ ਵਾਲਾ। ਜਿੱਦਣ ਗੁਰੂ ਦੀ ਸੰਗਤ ਹੋਈ, ਸੰਗਤ ਦਾ ਪ੍ਰਭਾਵ, ਕਹਿੰਦੇ ਬਸਤਰ, ਤੁਰਨਾ, ਬੋਲਣਾ, ਬੈਠਣਾ ਤੇ ਵੇਖਣਾ ਸਭ ਕੁਝ ਬਦਲ ਗਿਆ ਏ। सत करतार कही सुख रासु, बूझी कुशल सर्व पुन तासु। ਸ਼ਾਹੂਕਾਰ ਵੱਲ ਵੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ। ਉਹਨਾਂ ਕੋਲ ਸਤ ਕਰਤਾਰ ਆ ਕੇ ਮਨਸੁਖ ਸ਼ਾਹੂਕਾਰ ਨੂੰ ਫਿਰ ਗੁਰੂ ਸਾਹਿਬ ਪੁੱਛਦੇ ਆ, ਕਹਿੰਦੇ ਘਰ ਪਰਿਵਾਰ ਸਭ ਖੈਰੀਅਤ ਹੈ, ਸੁਖੀ ਨੇ, ਠੀਕ ਠਾਕ ਨੇ ਸਭ। ਹੁਣ ਸੋਚੋ ਜੀ, ਜੈ ਰਾਮ ਜੀ ਚੱਲ ਕੇ ਆਏ ਸੀ ਮਹਾਰਾਜ, ਆਪ ਜੀ ਦੇ ਘਰੇ ਪੁੱਤਰ ਦਾ ਜਨਮ ਹੋਇਆ ਤੇ ਮਹਾਰਾਜ ਨੇ ਇੱਕ ਵਾਰ ਸੁਣ ਕੇ ਵੀ ਖੁਸ਼ੀ ਨਾ ਮਨਾਈ। ਆਪਣੀ ਖੁਸ਼ੀ ਨਹੀਂ ਨਾ, ਪਿਆਰਿਆਂ ਦੀ ਖੁਸ਼ੀ ਸਭ ਤੋਂ ਵੱਡੀ ਖੁਸ਼ੀ ਹੈ। ਇਹਨੂੰ ਕਹਿੰਦੇ ਪ੍ਰੇਮ। ਪ੍ਰੇਮ ਕੀ ਹੈ? ਪ੍ਰੇਮ ਕਹਿੰਦਾ ਹੈ ਆਪਣੇ ਸੱਜਣ ਪਿਆਰੇ ਸਤਿਗੁਰ ਦੀ ਖੁਸ਼ੀ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਹੈ। ਆਪਣੀਆਂ ਖੁਸ਼ੀਆਂ ਕੱਖ ਵੀ ਨਹੀਂ, ਫੂਕ ਦਿੱਤੀਆਂ ਜਾਂਦੀਆਂ ਨੇ, ਸਾੜ ਦਿੱਤੀਆਂ ਜਾਂਦੀਆਂ, ਕੁਰਬਾਨ ਕੀਤੀਆਂ ਜਾਂਦੀਆਂ। ਸੱਜਣ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਇਹਨਾਂ ਆਪਣੀਆਂ ਖੁਸ਼ੀਆਂ ਵਾਰੀਆਂ ਸੀ ਤੇ ਗੁਰੂ ਸਾਹਿਬ ਇਹਨਾਂ ਨੂੰ ਪੁੱਛਦੇ ਆ, ਕਹਿੰਦੇ ਸੁੱਖ ਸਾਂਦ ਹੈ, ਕਾਰਜ ਠੀਕ ਚੱਲਦੇ ਆ, ਰਾਜੀ ਖੁਸ਼ੀ। ਕਹਿੰਦੇ ਅੱਖਾਂ 'ਚ ਪਾਣੀ ਆ ਗਿਆ। ਆਪ ਮੇਰਾ ਪਾਤਸ਼ਾਹ ਸ਼ਮਸ਼ਾਨ 'ਚ ਬੈਠਾ ਹੈ, ਮੜੀਆਂ ਵਿੱਚ ਬੈਠਾ ਹੈ, ਤਨ ਦੇ ਵਸਤਰ ਮੈਲੇ ਪਾਏ ਨੇ, ਪਰ ਆਪਣੇ ਪਿਆਰੇ ਸੱਜਣ ਮਨਸੁਖ ਨੂੰ ਹਾਲ ਪੁੱਛਦੇ ਆ। ਤੇ ਭਾਈ ਮਨਸੁਖ ਤੋਂ ਕਹਿੰਦੇ ਕਾਫੀ ਦੇਰ ਬੋਲਿਆ ਹੀ ਨਾ ਗਿਆ, ਕਰ ਰੁਕਿਆ ਹੋਇਆ ਏ। गद गद हुए कर बैठ समीपा, बोलो बचन तभै कुल दीपा। थोड़ी देर बैठा रहा भाई मनसुख सतगुरां दे कोले, मन गद गद होया, दिल करदा गुरां तो कुर्बान हो जा। सतगुर वेखदे रहे, ये बोलना चाहुंदा पर बोलिया नहीं जाता। ये अवस्था प्रेम दी। बड़ा कुछ सोचिया हुंदा है गुरु बारे, गुरु नाल आ गल्लां करांगे, सतगुर सज्जण नाल आ गल्लां करांगे। जद सिख गुरु कोले बैठदा सारा कुछ भुल जांदा, लांभे मुक जांदे, वैर विरोध ही मुक जांदे जदों गुरु नाल बचन हुंदे। प्रेम दी निशानी। मनसुख शाहूकार सतगुरां नाल बड़े लांभे करने चाहुंदा सी। महाराज इंनी दूर मैनूं भेज दित्ता, मैं तुहाडे तो विछड़ना नहीं सी चाहुंदा, तुसीं किहा चलिया जा लाहौर। पर गुरु नानक साहब जी की संगत में बैठिया, चरणों च बैठिया, सारा कुछ ही भुल गया, लाभे विसर गए, याद ही ना कुछ नहीं। गुरु नानक साहब फिर प्यार के वचन कर दिया। मनसुख शाहूकार सतगुरां दे वचनां नूं सुन के इन्ना भावुक हो गया, खुशी विच झूमे उठिया ए। सर्ब
कुशल की दर्श तुम्हारे, मुझ तन मन के कुष्ठ निवारे। ਹੱਥ ਜੋੜ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਆਪ ਜੀ ਦੇ ਦਰਸ਼ਨਾਂ ਦੇ ਨਾਲ ਤਨ ਤੇ ਮਨ ਦੇ ਦੁੱਖ ਕੱਟੇ ਗਏ। ਸਭ ਤੁਹਾਡੀ ਕਿਰਪਾ ਹੈ। ਜਿਸ ਦਿਨ ਮੈਂ ਤੁਹਾਡੇ ਦੀਦਾਰ ਨਹੀਂ ਕਰਦਾ, ਜਿਸ ਦਿਨ ਮੈਂ ਆਪ ਜੀ ਦੇ ਬਚਨ ਨਹੀਂ ਸੁਣਦਾ, ਸਤਿਗੁਰੂ ਏਦਾਂ ਲੱਗਦਾ ਜਿਵੇਂ ਦਿਨ ਚੜ੍ਹਿਆ ਹੀ ਨਹੀਂ, ਜਿਵੇਂ ਜ਼ਿੰਦਗੀ ਵਿੱਚ ਕੁਝ ਹੋਇਆ ਹੀ ਨਹੀਂ, ਕੁਝ ਵਾਪਰਿਆ ਹੀ ਨਹੀਂ। ਕਿ ਪ੍ਰੇਮ ਦੀ ਖੇਡ ਸੀ ਭਾਈ ਮਨਸੁਖ ਸ਼ਾਹੂਕਾਰ ਸਤਿਗੁਰਾਂ ਨਾਲ ਬਚਨ ਕਰਦਾ ਹੈ, ਕਹਿੰਦਾ ਆਪ ਜੀ ਦੀ ਕਿਰਪਾ ਦੇ ਨਾਲ ਸਭ ਕਿਰਪਾ ਹੈ, ਤੁਮਰੀ ਕਿਰਪਾ ਮੈਂ ਸੁਖ ਘਲੇਰੇ। ਬੜੇ ਸੁਖ ਨੇ ਸੱਚੇ ਪਾਤਸ਼ਾਹ, ਬੜਾ ਆਨੰਦ ਹੈ ਜਦੋਂ ਸਤਿਗੁਰਾਂ ਨੇ ਸੁਣਿਆ ਨਾ ਮਨਸੁਖ ਦੀ ਰਸਨਾ ਤੋਂ, ਕਿਉਂਕਿ ਖੁਸ਼ੀ ਦਾ ਇਜ਼ਹਾਰ ਹੈ, ਇਹ ਪ੍ਰੇਮ ਦਾ ਇਜ਼ਹਾਰ ਹੈ। ਸਤਿਗੁਰ ਵੀ ਪ੍ਰਸੰਨ ਹੋਏ। चलो चाहत हूँ मैं परदेसा, श्री मुख की अब पाए विदेसा। ਸਤਿਗੁਰ ਪੁੱਛਦੇ ਕਹਿੰਦੇ ਮਨਸੁਖ ਜੀ ਅੱਜ ਕਿਵੇਂ ਆਏ ਫਿਰ? ਬੜੇ ਪਿਆਰ ਚ ਭਿੱਜ ਕੇ ਪੁੱਛਦੇ ਗੁਰੂ ਸਾਹਿਬ। ਕਹਿੰਦੇ ਮਹਾਰਾਜ ਮੈਂ ਪ੍ਰਦੇਸ ਜਾਣਾ ਚਾਹੁੰਦਾ ਸੀ, ਚਿੱਤ ਦੇ ਵਿੱਚ ਭਾਵਨਾ ਸੀ ਵੀ ਜਾਣ ਤੋਂ ਪਹਿਲਾਂ ਮਿਲ ਕੇ ਕੁਝ ਬਚਨ ਕਰਕੇ ਚਰਨ ਸਪਰਸ਼ ਕਰਕੇ ਜਾਵਾਂ। ਜੇ ਤੁਹਾਨੂੰ ਬਿਨਾਂ ਮਿਲੇ ਚਲੇ ਗਿਆ ਨਾ, ਮੇਰਾ ਉਸ ਪ੍ਰਦੇਸ ਵਿੱਚ ਵੀ ਚਿੱਤ ਨਹੀਂ ਲੱਗਣਾ। ਆਖੋ ਸਤਿਨਾਮ ਮਨ ਨਹੀਂ ਲੱਗਣਾ। ਸਿੱਖ ਦਾ ਇੰਨਾ ਪਿਆਰ ਆਪਣੇ ਗੁਰੂ ਨਾਲ ਹੋਣਾ ਚਾਹੀਦਾ ਹੈ। ਇਹ ਪਿਆਰ ਵਿੱਚ ਕੋਈ ਲਾਲਚ ਨਹੀਂ ਹੈ, ਕੋਈ ਕਪਟ ਨਹੀਂ ਹੈ, ਕੋਈ ਹੰਕਾਰ ਨਹੀਂ ਹੈ, ਕੋਈ ਵੈਰ ਵਿਰੋਧ ਨਹੀਂ ਹੈ। ਇਹ ਪਿਆਰ ਸੀ ਨਿਰਸਵਾਰਥ ਜੋ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕਹਿੰਦੇ ਮਹਾਰਾਜ ਮੈਂ ਪ੍ਰਦੇਸ ਜਾਣਾ ਚਾਹੁੰਦਾ ਸੀ, ਸੋਚਿਆ ਆਪ ਜੀ ਦੇ ਦਰਸ਼ਨ ਕਰਕੇ ਚਰਨ ਸਪਰਸ਼ ਕਰਕੇ ਜਾਵਾਂ, ਮੈਨੂੰ ਚੰਗਾ ਲੱਗੇਗਾ। बनज खेप को भर कर भारी, जाऊं संगला दीप मझारी। ਗੁਰੂ ਸਾਹਿਬ ਬੜੇ ਪਿਆਰ ਚ ਪੁੱਛਦੇ, ਕਹਿੰਦੇ ਪਿਆਰਿਆ ਜਾਣਾ ਕਿੱਥੇ ਹੈ, ਕੀ ਕਰਨ ਜਾਣਾ ਹੈ? ਇੰਨਾ ਖੁੱਲ ਕੇ ਮਹਾਰਾਜ ਅੱਜ ਤੱਕ ਕਦੇ ਕਿਸੇ ਨਾਲ ਨਹੀਂ ਬੋਲੇ। ਪਿੱਛੇ ਆਪ ਜੀ ਨੇ ਸਾਰੀ ਕਥਾ ਸੁਣੀ, ਜਾਂ ਭਾਈ ਬਾਲਾ ਜੀ ਦਾ ਜ਼ਿਕਰ ਹੁੰਦੇ ਸੀ ਜਦੋਂ ਆਨੰਦ ਚ ਹੁੰਦੇ ਸੀ, ਤੇ ਜਾਂ ਜੋ ਜ਼ਿਕਰ ਸਤਿਗੁਰ ਮਨਸੁਖ ਸ਼ਾਹੂਕਾਰ ਨਾਲ ਕਰਦੇ ਆ। ਕਹਿੰਦਾ ਮਹਾਰਾਜ ਮੈਂ ਜਹਾਜ਼ ਭਰ ਕੇ ਸਮਾਨ ਦਾ, ਕੱਚਾ ਪੱਕਾ ਸਮਾਨ, ਬੰਦਰਗਾਹ ਤੋਂ ਚੱਲਣਾ ਹੈ, ਜਾਣਾ ਮੈਂ ਸੰਗਲਾ ਦੀਪ। ਸੰਗਲਾ ਦੀਪ ਆਈਸਲੈਂਡ, ਜਿਹਨੂੰ ਆਪਾਂ ਸ਼੍ਰੀਲੰਕਾ ਦੇ ਨਾਮ ਨਾਲ ਜਾਣਦੇ ਹਾਂ, ਅੱਜ ਕੱਲ੍ਹ ਦਾ ਸ਼੍ਰੀਲੰਕਾ। ਇਹ ਉਹ ਧਰਤੀ ਹੈ ਜਿਹਨੂੰ ਰਾਵਣ ਨਾਲ ਵੀ ਜੋੜਿਆ ਜਾਂਦਾ। ਪੁਰਾਤਨ ਧਰਤੀ ਹੈ ਸੰਗਲਾ ਦੀਪ। ਪਹਿਲਾਂ ਇਹ ਏਸ਼ੀਆ ਦਾ ਹੀ ਹਿੱਸਾ ਸੀ, ਹੈ ਤੇ ਹੁਣ ਵੀ ਹੈ, ਪਰ ਇੱਕ ਅਲੱਗ ਕੰਟਰੀ ਮੰਨਿਆ ਜਾਂਦਾ ਹੈ, ਇੱਕ ਅਲੱਗ ਦੇਸ਼ ਮੰਨਿਆ ਜਾਂਦਾ ਹੈ। ਕਹਿੰਦੇ ਮਹਾਰਾਜ ਮੈਂ ਨਾ ਸੰਗਲਾ ਦੀਪ ਜਾਣਾ, ਸ਼੍ਰੀਲੰਕਾ ਜਾਣਾ ਹੈ। ਸੋਚਿਆ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਣਾ, 6-7 ਮਹੀਨੇ ਤੇ ਲੱਗਣੇ ਹੀ ਲੱਗਣੇ, 1.5-2 ਮਹੀਨੇ ਸ਼ਿਪ 'ਚ ਲੱਗ ਜਾਣੇ ਜਹਾਜ਼ ਵਿੱਚ। ਫਿਰ ਇੰਨਾ ਹੀ ਸਮਾਂ ਆਉਣ ਵਿੱਚ ਫਿਰ ਵਪਾਰ ਵੀ ਕਰਨਾ ਉੱਥੇ, ਇੱਥੋਂ ਜਾ ਕੇ ਸਮਾਨ ਉੱਥੇ ਲਾਉਣਾ, ਉੱਥੇ ਦਾ ਸਮਾਨ ਇੱਥੇ ਲੈ ਕੇ ਆਉਣਾ, ਇੰਪੋਰਟ ਐਕਸਪੋਰਟ ਦਾ ਕੰਮ ਸੀ ਸ਼ਾਹੂਕਾਰ। ਤੇ ਬਹੁਤ ਵੱਡੀ ਆਪਣੀ ਦੁਕਾਨ ਵੀ ਸੀ, ਵੇਅਰ ਹਾਊਸ ਸੀ ਆਪਣਾ। ਜਿੰਨਾ ਸਮਾਨ ਉੱਧਰੋਂ ਲੈ ਕੇ ਆਉਣਾ ਇੰਪੋਰਟਡ ਸਾਰਾ ਮਨਸੁਖ ਸ਼ਾਹੂਕਾਰ ਦੀ ਦੁਕਾਨ ਤੋਂ ਮਿਲਦਾ ਸੀ। ਤਾਂ ਹੀ ਗੁਰੂ ਸਾਹਿਬ ਨੇ ਭੇਜਿਆ ਸੀ ਸਿੱਖ ਨੂੰ, ਕਹਿੰਦੇ ਜਾ ਭਾਈ ਭਗੀਰਥ ਚੰਗੀ ਦੁਕਾਨ ਤੋਂ ਸਮਾਨ ਲੈ ਕੇ ਆਈ। ਚੰਗੀ ਦੁਕਾਨ ਦਾ ਭਾਵ ਕੀ ਸੀ? ਇੰਪੋਰਟਡ ਮਾਲ। ਉਹ ਕਿਹਨਾਂ ਕੋਲ ਸੀ? ਇਹਨਾਂ ਕੋਲ ਸੀ, ਮਨਸੁਖ ਸ਼ਾਹੂਕਾਰ। ਤੇ ਮਨਸੁਖ ਸ਼ਾਹੂਕਾਰ ਕਹਿੰਦਾ ਮਹਾਰਾਜ ਫਿਰ ਮੈਂ ਜਾਣਾ ਸੀ ਸੰਗਲਾ ਦੀਪ ਸਮਾਨ ਲੈ ਕੇ। ਸੋਚਿਆ ਆਪ ਜੀ ਦੇ ਜਾਂਦਾ ਜਾਂਦਾ ਚਰਨ ਪਰਸ ਜਾਵਾਂ, ਸਪੈਸ਼ਲ ਆਉਣਾ ਚਾਹੁੰਦਾ। ਗੁਰੂ ਸਾਹਿਬ ਕਹਿੰਦੇ ਭਾਈ ਭਲਾ ਹੋਵੇ। ਸਤਿਗੁਰ ਬੜੇ ਪ੍ਰਸੰਨ ਹੋਏ। वह है दिन बहु बिरहो तुम्हारा, उचरो आप शब्द सुख सारा। ਫਿਰ ਮਨਸੁਖ ਸ਼ਾਹੂਕਾਰ ਕਹਿੰਦਾ ਮਹਾਰਾਜ ਤੁਹਾਡੇ ਵਿਛੋੜੇ ਵਿੱਚ ਜੀਆ ਨਹੀਂ ਜਾਣਾ। ਇੰਨਾ ਪ੍ਰੇਮ ਮੇਰੇ ਹਿਰਦੇ ਦਾ ਤੁਹਾਡੇ ਨਾਲ ਹੈ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਇੱਕ ਪਲ, ਇੱਕ ਬਿੰਦ, ਇੱਕ ਘੜੀ, ਇੱਕ ਸੈਕਿੰਡ ਨਹੀਂ ਕੱਟ ਸਕਦਾ। ਤੇ ਸਤਿਗੁਰੂ ਜੀ ਐਡੀ ਦੂਰ ਜਾ ਕੇ ਮੈਂ ਤੁਹਾਡੇ ਬਿਨਾਂ ਰਹਿ ਕਿਵੇਂ ਸਕਦਾ? ਇਹ ਵਿਛੋੜਾ ਮੈਥੋਂ ਚੱਲਿਆ ਨਹੀਂ ਜਾਣਾ। ਮੈਂ ਨੀਰ ਵਹਿ ਚੱਲਣਾ ਜੀ, ਅੱਖਾਂ ਭਰ ਜਾਣਗੀਆਂ, ਵਿਛੜ ਕੇ ਮੈਥੋਂ ਜੀਆ ਨਹੀਂ ਜਾਣਾ। ਕਿਰਪਾ ਕਰੋ ਕੋਈ ਅੰਮ੍ਰਿਤ ਬਚਨ ਸ਼ਬਦ ਦੇ ਦਿਓ ਜਿਹਨੂੰ ਮੈਂ ਨਿਤ ਪੜ੍ਹ ਲਿਆ ਕਰਾਂ, ਜਿਹ ਚੋਂ ਤੁਹਾਡੇ ਦੀਦਾਰ ਕਰ ਲਿਆ, ਕੋਈ ਨਿਸ਼ਾਨੀ। ਮਨਸੁਖ ਸ਼ਾਹੂਕਾਰ ਸਤਿਗੁਰਾਂ ਨੂੰ ਬੇਨਤੀ ਕਰਦਾ ਭਾਵੁਕ ਹੋ ਗਿਆ। ਇਹ ਪ੍ਰੇਮ ਸੀ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ।
त्रिखा ना उतरै शांत न आवे बिन दर्शन संत प्यारे जी। अपने प्यारे संत गुरु तो एक पल विछड़ के भी कहते मैनू जिउना चंगा नहीं लगता। जब हम होते तब तू नहीं अब तू ही मैं नहीं। एक वो प्रेम की अवस्था सी जिहदे विच मन जी रहे सी। प्रेम कहता सजना मैं मर गया मैं है नहीं, ते दुनियावी प्यार कहता मैं चंगा मैं ही महान तू की चीज है। इत्थे प्रेम सी जब हम होते, जब मैं अपने आप विच कहता सी मैं हाँ रब्बा तब तू नहीं। मेरा मन कहता सी केड़ा रब हो मैं ही मैं हाँ अब तू ही मैं नहीं। हुण मैं तेरा रूप हो गया है, तुहाडी किरपा हो गई, अंदरों मेरी मैं मुक गई, मैं ते तुहाडे प्यार च पिछया पिया। जो मनसुख शाहूकार सतगुरां दे प्यार विच हाथ जोड़ के सिफत करदे आ ना रब दी, ते रब जी टुट गए। परमात्मा जी गुरु नानक साहब महाराज खुशी दे घर विच आनंद दे घर विच आए, हिरदे दा प्रेम जाने आए। मैं लिख लियो पठो कर निमा जिन ते वधै गुरु पग प्रेमा। सतगुर कहते की दईए लिख के तैनू, कहना मर जा चुको कलम आ लो कागज, अपने हत्थां दे नाल कर कमलां दे नाल दो शब्द लिख दिओ, जिन्हों मैं वेख वेख जिउंदा रहांगा। आखो सतनाम दर्शन देख जीवा गुर तेरा, पूर्ण कर्म होए प्रभ मेरा। पातशाह मेरा कर्म बन जे मैं तेरी बाणी पढ़ पढ़ के तैनू जप जप के तैनू वेख वेख जीवा। इहदा भाव की है, गुरु नानक साहब जी दे वेले भी सिख गुरबाणी नूं रब स्वरूप मनदे सी। शब्द मंग रहे आ ते गुरु नानक साहब महाराज भी शब्द दे रहे आ। जे किते उन्हां दुनियावी प्रथा चलाई होंदी उन्हां कहना सी मेरी तस्वीर बना ला पूज ली जाके मत्था टेक लई, नहीं वो भी सिख नूं शब्द नाल जोड़न वाले ने शब्द गुरु सुरत तो जीवा। ये गुरु नानक साहब महाराज सिखां नूं इत्थे जोड़ रहे। मनसुख शाहूकार कहता महाराज कलम चुको जी तू अमृत बचन हत्थां नाल लिख दिओ। सुन कर बचन दीन दुख भंजन उचरे रुचर शब्द जन रंजन। उस वेले गुरु नानक साहब महाराज ने अमृत बचन उचारण कीते। एक ओंकार तो लैके नानक होसी भी सच तक मूल मंत्र अपने कर कमलां दे नाल लिख के भाई मनसुख शाहूकार नूं बख्श दिता। शब्द मंगिया उन्हें, निशानी जिहड़ी सदा अमर है, गुरु शरीर करके होवे ना होवे शब्द ते सदा रहेगा। इसी प्यार दी निशानी। पुराने जमाने च लोग खत संभाल के रखते सी, चिट्ठियां संभाल के रखते सी, प्रेम दीयां निशानियां सी। अज भी सिख कौम कोल गुरु नानक साहब जी तो लैके गुरु कलगीधर पातशाह माता जीता जी तक, माता सुंदर कौर जी तक, बाबा बंदा सिंह बहादुर तक दे हुक्मनामे संभाले हुए, चिट्ठियां संभालियां। वो की है प्यार दीयां निशानियां, जिन्हां नूं पढ़ पढ़ वेख वेख जिउंदा है। अजोके समय विच तुसीं वेखदे हो अज दे लिखे शब्द दुनिया संभाल रही है। उन्हां समयां विच गुरु नानक साहब महाराज ने अमृत बचन लिख के दिता, मूल मंत्र। भाई मनसुख शाहूकार ने वो अमृत बचन सतगुरां तो लिया। गुरु नानक कहते इहनूं गाया कर, जपिया कर, ये साडा रूप है। श्री करतार गुरु वडियाई भगत बरकत है ज्ञान मिलाई। इस अमृत बचन विच सतगुर कहते मनसुख जी उस करतार करते परमात्मा की वडियाई है। ਇਹਦੇ ਵਿੱਚ ਮੇਰੀ ਤੇਰੀ ਜਾਂ ਸੰਸਾਰੀ ਲੋਕਾਂ ਦੀ ਵਡਿਆਈ ਨਹੀਂ। ਇਹਨੂੰ ਜਿੰਨਾ ਗਾਏਗਾ ਜਿੰਨਾ ਜਪੇਗਾ ਉਹਨਾਂ ਸੁਖੀ ਹੋਰ ਹੋਏਗਾ। मनसुख शाहूकार दी अखां सेजल हो गई। गुरु नानक साहब जी के वचनों को सुन के बड़ा प्रसन्न होया। अस बाणी मन सुख लिख लीनी पढ़ कर परम प्रेम मत पीनी। फिर उन्हें सतगुरां दे सामने बैठ के मूल मंत्र पढ़ के सुनाया। ये की है? शुद्धता, अर्थ ज्ञान, ताकि पता तो होवे जो गुरु साहब ने लिख के दिता मैनूं पढ़ना आउंदा कि नहीं आउंदा। गुरु नानक साहब महाराज ने जो एक ओंकार तो लैके नानक होसी की सच तक अपने प्यारे की रसना तो सुनिया, इन्ने प्रसन्न होए। कहते मनसुख सारे जहान दियां खुशियां लुट लईआं।
ਇਹ ਉਹ ਮੂਲ ਮੰਤਰ ਹੈ ਪਰਮਾਤਮਾ। ਇਹ ਪਿਆਰ ਦਾ ਮੰਤਰ ਹੈ ਜਿਹਦੇ ਵਿੱਚ ਲਿਖਿਆ ਗੁਰ ਪ੍ਰਸਾਦ। ਉਹ ਨਿਰੰਕਾਰ ਜੇ ਮਿਲਦਾ ਇੱਕ, ਜਿਹੜਾ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ, ਜਿਹਦਾ ਨਾਮ ਸੱਚਾ ਹੈ, ਜੋ ਦੁਨੀਆ ਸਾਜਣ ਵਾਲਾ ਹੈ, ਸਾਜ ਕੇ ਵਿੱਚ ਵਸਦਾ, ਜਿਹਨੂੰ ਕਿਸੇ ਦਾ ਵੈਰ ਨਹੀਂ, ਕਿਸੇ ਦਾ ਡਰ ਨਹੀਂ, ਜੋ ਆਪਣੇ ਆਪ ਤੋਂ ਬਣਿਆ ਹੋਇਆ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਤੇਰੇ ਹਿਰਦੇ ਵਿੱਚ ਵੀ ਵਸੇਗਾ ਖੋ ਸਤ ਨਾਮ। ਇਹ ਅੰਮ੍ਰਿਤ ਵਚਨ ਸਤਿਗੁਰਾਂ ਨੇ ਆਖ ਦਿੱਤੇ ਨੇ। ਬਹਰੋ ਬੋਲੇ ਗੁਰੂ ਉਦਾਰਾ, ਮਦ ਹੋ ਦਿਸਾ ਜਾਮ ਸੁਭ ਬਾਰਾ। ਤੇ ਮਨਸੁਖ ਸ਼ਾਹੂਕਾਰ ਕਹਿੰਦੇ ਮਹਾਰਾਜ ਜੀ ਨੂੰ ਮੈਂ ਕਦੋਂ ਪੜ੍ਹਿਆ ਕਰਾਂ ਜੀ, ਮੈਨੂੰ ਸਮਾਂ ਵੀ ਦੱਸ ਦਿਓ। ਹੁਣ ਬਾਣੀ ਪੜ੍ਹਨ ਦਾ ਕੋਈ ਸਮਾਂ ਨਹੀਂ ਹੈ ਜੀ, ਜਦ ਮਰਜ਼ੀ ਪੜ੍ਹੋ, ਜਦੋਂ ਮਰਜ਼ੀ ਜਿਹੜੀ ਮਰਜ਼ੀ ਬਾਣੀ ਪੜ੍ਹ ਲਓ, ਪ੍ਰੇਮ ਦੀ ਗੱਲ ਹੈ। ਪਰ ਫਿਰ ਵੀ ਮਨਸੁਖ ਸ਼ਾਹੂਕਾਰ ਨੇ ਪੁੱਛਿਆ ਕਿਉਂਕਿ ਉਹ ਕੰਮ ਤੇ ਚੱਲੇ, ਉਹਦੇ ਕੋਲ ਸਾਰਾ ਦਿਨ ਸਮਾਂ ਨਹੀਂ ਹੋਣਾ। ਕਹਿੰਦਾ ਮਹਾਰਾਜ ਕਿਰਪਾ ਕਰਕੇ ਦੱਸੋ ਮੈਂ ਇਸ ਅੰਮ੍ਰਿਤ ਬਚਨ ਨੂੰ ਕਦ ਜਪਾਂ ਜਦੋਂ ਜਪਦਿਆਂ ਮੈਨੂੰ ਤੇਰੇ ਪ੍ਰਤੱਖ ਦੀਦਾਰ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੂੰ ਕਿਤੇ ਵੀ ਹੋਵੇਂ, ਪਹਿਰ ਰਾਤ ਰਹਿੰਦਿਆਂ ਜਾਗੀ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਸੱਚ ਲਾਓ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜਪਜੀ ਸਾਹਿਬ ਦੇ ਸਤਿਗੁਰ ਕਹਿੰਦੇ ਅੰਮ੍ਰਿਤ ਵੇਲੇ ਜਾਗਿਆ ਕਰ ਭਾਈ, ਸੱਚੇ ਨਾਮ ਦੀ ਵਿਚਾਰ ਕਰਿਆ ਕਰ। ਸਤਿਗੁਰ ਕਹਿੰਦੇ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗ ਕਰਕੇ ਇਸ਼ਨਾਨ ਕਰੀ। ਅੰਮ੍ਰਿਤ ਵੇਲੇ ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, ਕਹਿੰਦਾ ਜੀ ਸਤ ਬਚਨ। ਮਹਾਰਾਜ ਕਹਿੰਦੇ ਇਸ਼ਨਾਨ ਕਰਕੇ, ਹੋ ਸਕੇ ਜੇ ਇਸ਼ਨਾਨ ਨਾ ਹੋਵੇ, ਕਦੀ ਐਸਾ ਸਮਾਂ ਵੀ ਆ ਜੇ ਜਹਾਜ਼ ਤੇ ਜਾਂਦੇ ਤਾਂ 5 ਇਸ਼ਨਾਨਾਂ ਕਰਕੇ ਚੌਕੜਾ ਲਾ ਕੇ ਬੈਠੀ ਇਸ ਅੰਮ੍ਰਿਤ ਬਚਨ ਨੂੰ ਰਸਨਾ ਤੋਂ ਗਾਇਨ ਕਰੀ। ਤਜ ਆਲਸ ਜਾਗੋ ਤਿਹ ਕਾਲਾ, ਪੜ੍ਹੋ ਤਵੈ ਫਲ ਹੋਤ ਵਿਸਾਲਾ। ਭਾਈ ਜਿੰਨਾ ਇਸ ਅੰਮ੍ਰਿਤ ਬਚਨ ਨੂੰ ਪੜ੍ਹੇਗਾ ਤੈਨੂੰ ਉਹਨਾਂ ਫਲ ਪ੍ਰਾਪਤ ਹੋਏਗਾ, ਮਾਨਸਿਕ ਪੱਧਰ ਤੇ, ਸਰੀਰਕ ਪੱਧਰ ਤੇ, ਦੁਨਿਆਵੀ ਪੱਧਰ ਤੇ, ਹਰ ਪਾਸੇ। ਕਿਉਂਕਿ ਅੰਮ੍ਰਿਤ ਵੇਲੇ ਜਾਗਣਾ ਬੜਾ ਜ਼ਰੂਰੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ। ਭਲਕਾ ਕਿਹਨੂੰ ਕਹਿੰਦੇ ਆ? ਅਰਲੀ ਮਾਰਨਿੰਗ, ਜਲਦੀ ਸਵੇਰੇ ਉੱਠਣਾ। ਮਹਾਰਾਜ ਕਹਿੰਦੇ ਜਿਹੜਾ ਸਿੱਖ ਕਹਾਉਂਦਾ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਉਤਮ ਕਰੇ, ਭਲ ਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਆਵੇ, ਚੜ੍ਹੇ ਦੇ ਜ਼ਰੂਰ ਬਾਣੀ ਗਾਵੇ, ਬਹਿਦਿਆ ਉੱਠਦਿਆ ਹਰ ਨਾਮ ਤੇ ਆਵੇ। ਇਹ ਵੀ ਕਰਨਾ, ਇਹ ਨਹੀਂ ਵੀ ਸਵੇਰੇ ਨਿਤਨੇਮ ਕਰ ਲਿਆਉਣ, ਪਾਠ ਦੀ ਲੋੜ ਕੋਈ, ਸਿਮਰਨ ਦੀ ਲੋੜ ਕੋਈ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਭਾਈ ਇਸ ਸ਼ਬਦ ਦਾ ਜਾਪ ਕਰੀ, ਸਾਰਾ ਦਿਨ ਉੱਠਦਾ ਬਹਿੰਦਾ ਤੁਰਦਾ ਫਿਰਦਾ ਕੰਮ ਕਾਜ ਕਰਦਾ ਹੋਇਆ ਵਾਹਿਗੁਰੂ ਵਾਹਿਗੁਰੂ ਜਪਦਾ ਰਹੀ। ਇੱਕ ਮਨ ਹੋਇ ਕੈ ਪ੍ਰੀਤ ਸਮੇਤਾ, ਗੁਣ ਹੋ ਤਾਂ ਪਾਵੋ ਬ੍ਰਹਮ ਨਿਕੇਤਾ। ਭਾਈ ਇੱਕ ਮਨ ਇੱਕ ਚਿੱਤ ਹੋ ਕੇ ਜਪਣਾ। ਜਪਣ ਦਾ ਤਰੀਕਾ ਦੱਸਦੇ ਆ, ਕਹਿੰਦੇ ਇੱਕ ਮਨ ਹੋਣਾ ਹੈ, ਇੱਕ ਚਿੱਤ ਹੋਣਾ ਹੈ, ਦੁਬਦਾ ਤੋਂ ਰਹਿਤ ਹੋਣਾ ਹੈ। ਇਹ ਸਮਾਂ ਕਿਹੜਾ ਹੈ? ਅੰਮ੍ਰਿਤ ਵੇਲਾ। ਸੁਭਾਵਿਕ ਗੱਲ ਹੈ ਜੀ, ਦਿਨ 'ਚ ਬਹਿ ਕੇ ਜਪਜੀ ਸਾਹਿਬ ਦਾ ਪਾਠ, ਕੋਈ ਪਾਠ ਕਰਕੇ ਵੇਖੋ, ਮਨ ਖੰਡਾਚ ਰਹੇਗਾ। ਠੀਕ ਹੈ ਜੀ। ਅੰਮ੍ਰਿਤ ਵੇਲੇ 4-5 ਵਜੇ ਉੱਠ ਕੇ ਜਦੋਂ ਤੁਸੀਂ ਚੌਕੜਾ ਲਾਓਗੇ ਨਾ, ਦੇਖੋ ਮਨ ਸਾਡਾ ਬੇਸ਼ੱਕ ਸ਼ੈਤਾਨ ਹੈ, ਪਰ ਕਿਸੇ ਹੱਦ ਤੱਕ ਬਹੁਤ ਫਰਕ ਹੁੰਦਾ। ਸਵੇਰੇ ਨਾਮ ਜਪਣ ਦਾ ਆਨੰਦ ਵੱਖਰਾ ਹੈ, ਉੱਠਣ ਦਾ ਆਨੰਦ ਵੱਖਰਾ ਹੈ, ਨਿਤਨੇਮ ਕਰਨ ਦਾ ਆਨੰਦ ਵੱਖਰਾ ਹੈ। ਉਹੀ ਨਿਤਨੇਮ ਜਦੋਂ 10-11 ਵਜੇ ਕਰਾਂਗੇ, ਮਨ ਇੰਨਾ ਖੰਡਿਆ ਹੁੰਦਾ ਵੀ ਛੇਤੀ ਛੇਤੀ ਕਰਨਾ, ਆਹ ਵੀ ਕਰਨਾ, ਉਹ ਵੀ ਕਰਨਾ, ਇਹ ਵੀ ਕਰਨਾ। ਪਰ ਅੰਮ੍ਰਿਤ ਵੇਲੇ ਜਿਹੜਾ ਆਨੰਦ ਹੈ ਨਾ, ਰਸ ਹੈ, ਉਹੀ ਜਾਣਦਾ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਪਾਣੀ ਨੂੰ ਗਾਉਂਦਾ ਹੈ। ਸਤਿਗੁਰ ਕਹਿੰਦੇ ਬ੍ਰਹਮ ਮੁਹੂਰਤ, ਬ੍ਰਹਮ ਮੁਹੂਰਤ ਉਠੈ ਨਰ ਚਿਤਵੈ ਬਾਤ ਏਕੰਤ। ਕਹਿੰਦੇ ਕੱਲਾ ਰਹਿ ਕੇ ਸਵੇਰੇ ਉੱਠ ਕੇ ਇਹ ਚੇਤੇ ਕਰੇ, ਕੱਲ ਮੈਂ ਕੀ ਕੀਤਾ ਸੀ ਤੇ ਅੱਜ ਮੈਂ ਕੀ ਕਰਨਾ ਹੈ। ਕਿਤੇ ਮੇਰੇ ਤੋਂ ਮਾੜਾ ਨਾ ਹੋਵੇ, ਮੈਥੋਂ ਬੁਰਾ ਨਾ ਹੋਵੇ। ਰੱਬ ਦਾ ਸ਼ੁਕਰ ਕਰਨਾ, ਸੱਚੇ ਪਾਤਸ਼ਾਹ ਮੌਤ ਵਰਗੀ ਨੀਂਦ ਖਤਮ ਹੋਈ, ਜ਼ਿੰਦਗੀ ਦੀ ਸ਼ੁਰੂਆਤ ਅੱਜ ਨਵੇਂ ਅੰਮ੍ਰਿਤ ਵੇਲੇ ਤੋਂ ਹੋਈ ਹੈ। ਬੰਦਾ ਰੋਜ਼ ਜਾਗਦਾ ਤੇ ਰੋਜ਼ ਮਰਦਾ ਹੈ। ਬੜੇ ਲੋਕ ਨੇ ਸੁੱਤੇ ਰਹਿ ਜਾਂਦੇ ਆ ਜੀ, ਕਦੇ ਸੂਰਜ ਜਲਿਆ ਨਸੀਬ ਨਹੀਂ, ਰਾਤਾਂ ਨੂੰ ਜਾਂਦੇ। ਪਰ ਹਰ ਅੰਮ੍ਰਿਤ ਵੇਲਾ, ਹਰ ਵੇਲੇ ਜਦ ਅੱਖ ਖੁੱਲ੍ਹਦੀ ਹੈ, ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਢਲਿਆ ਸੂਰਜ ਪਤਾ ਨਹੀਂ ਸਵੇਰੇ ਚੜ੍ਹਨ ਦੇਣਾ ਕਿ ਨਹੀਂ ਦੇਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉੱਠ ਕੇ ਸ਼ੁਕਰਾਨਾ ਕਰੀ, ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰੀ। ਭਾਵ ਜਦੋਂ ਨਾਮ ਜਪਣਾ ਉਦੋਂ ਦੁਨੀਆ ਦਾ ਖਿਆਲ ਛੱਡ ਦੀ,
ਕੌਣ ਕਦੋਂ ਕਿੱਥੇ ਕੀ ਕਹਿੰਦਾ ਕੀ ਕਰਦਾ ਇਹਦੇ ਬਾਰੇ ਚੇਤਨਾ ਨਹੀਂ। ਕਰੋ ਬਿਹਾਵਲ ਹੋਵਤ ਭੋਰਾ ਪਠ ਅਰਦਾਸ ਜੁਗਮ ਕਰ ਜੋਰਾ। ਪਿਆਰੇ ਗੁਰਸਿੱਖਾ ਅੰਮ੍ਰਿਤ ਵੇਲੇ ਇਸ ਬਾਣੀ ਨੂੰ ਪੜ੍ਹ ਕੇ ਨਾ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰੀ। ਹੁਣ ਤੱਕ ਤੁਸੀਂ ਕੜਾਹ ਪ੍ਰਸ਼ਾਦ ਦਾ ਜ਼ਿਕਰ ਨਹੀਂ ਸੁਣਿਆ ਹੋਣਾ। ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਆਰੰਭ ਹੋਈ ਹੈ, ਪਹਿਲੇ ਸਿੱਖ ਸਨ ਭਾਈ ਮਨਸੁਖ ਸ਼ਾਹੂਕਾਰ, ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉਪਦੇਸ਼ ਵਿੱਚ ਮਰਦ ਨੇ ਹੁਕਮ ਕੀਤਾ ਸੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਅਰਦਾਸ ਕਰ। ਕਹਿੰਦਾ ਜੀ ਸਾਨੂੰ ਸਤਿਗੁਰ ਕਹਿੰਦੇ ਤੇਰੀ ਅਰਦਾਸ ਥਾਏ ਪਏਗੀ, ਅੰਮ੍ਰਿਤ ਵੇਲੇ ਕਰਨਾ, ਆਪ ਬਣਾਉਣਾ, ਆਪ ਅਰਦਾਸ ਕਰਨੀ ਹੈ, ਆਪ ਸਿਮਰਨ ਕਰਨਾ ਹੈ, ਤੇ ਉਹ ਪ੍ਰਸ਼ਾਦ ਜੋ ਵੀ ਤੇਰੇ ਕੋਲ ਬੈਠਾ ਸੰਗਤ ਰੂਪ ਵਿੱਚ ਉਹਨੂੰ ਵਾਹਿਗੁਰੂ ਕਹਿ ਕੇ ਵੰਡੇ। ਅੱਗੇ ਪੁਰਾਣੇ ਗੁਰਸਿੱਖ ਸੀ, ਅੰਮ੍ਰਿਤ ਵੇਲੇ ਰੋਜ਼ ਕੜਾਹ ਪ੍ਰਸ਼ਾਦ ਗੁਰਸਿੱਖਾਂ ਦੇ ਘਰ ਬਣਦਾ ਸੀ। ਹੁਣ ਜ਼ਮਾਨਾ ਰੈਡੀਮੇਡ ਹੋ ਗਿਆ। ਹੁਣ ਤੇ ਕਿਸੇ ਇਤਿਹਾਸਕ ਸਥਾਨ ਤੇ ਜਾਈਏ ਉੱਥੇ ਵੀ ਪਰਚੀ ਦੀ ਬਣਦਾ ਸਾਰਾ ਕੁਝ। ਸ਼ਰਧਾ ਖਤਮ, ਭਾਵਨਾ ਖਤਮ। ਚਾਹੇ 5 ਦਾ ਲੈ ਲਓ, 50 ਦਾ ਲੈ ਲਓ, 500 ਦਾ ਲੈ ਲਓ, ਉਹ ਦੁਨੀਆ ਨਹੀਂ ਚੱਲਦਾ। ਖੁਸ਼ਾ ਦੇ ਨਾਮ ਕਿਤੇ ਨਾ ਕਿਤੇ ਸੰਸਾਰ ਬੜਾ ਫਾਸਟ ਹੋ ਗਿਆ। ਪੁਰਾਣੇ ਸਮੇਂ ਦੇ ਗੁਰਸਿੱਖ ਗੁਰੂ ਘਰਾਂ 'ਚ ਪ੍ਰਸ਼ਾਦ ਬਣਾਉਂਦੇ ਸੀ, ਬਣਾ ਕੇ ਲੈ ਕੇ ਜਾਂਦੇ ਸੀ, ਅਰਦਾਸ ਕਰਾਉਂਦੇ ਸੀ, ਕਰਦੇ ਸੀ, ਤੇ ਨਾਮ ਜਪਣਾ ਜਪਾਉਣਾ ਅੰਮ੍ਰਿਤ ਵੇਲੇ। ਅੱਜ ਕੱਲ੍ਹ ਸਾਡੇ ਕੋਲ ਅੰਮ੍ਰਿਤ ਵੇਲਾ ਕਿੱਥੇ ਹੈ? ਭਾਗਾਂ ਵਾਲੇ ਮੇਰੇ ਵਰਗੇ ਵਿੱਚ ਹੀ ਹੈ ਜਿਨ੍ਹਾਂ ਕੋਲ ਅੰਮ੍ਰਿਤ ਵੇਲਾ ਨਹੀਂ ਹੈ। ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਉਹ ਅੰਮ੍ਰਿਤ ਵੇਲੇ ਜਾਗ ਅਰਦਾਸ ਕਰਦੇ ਨੇ, ਨਾਮ ਜਪਦੇ ਨੇ, ਬੰਦਗੀ ਕਰਦੇ। ਸਤਿਗੁਰ ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਨਿਤ ਅਰਦਾਸ ਕਰਨੀ ਹੈ। ਬਹੁਰ ਬਾਟ ਅਚਵਨ ਨਿਜ ਕੀਜੈ ਦਿਵਸ ਉਗੈ ਬਨ ਜੈ ਮਨ ਦੀਜੈ। ਭਾਈ ਫਿਰ ਉਹ ਪ੍ਰਸ਼ਾਦ ਪਹਿਲਾਂ ਸੰਗਤ ਵਿੱਚ ਵੰਡਣਾ ਹੈ, ਜੋ ਤੇਰੇ ਕੋਲ ਸਿੱਖ ਹੋਣਗੇ ਲਾਸਟ ਵਿੱਚ ਆਪ ਛਕਣਾ ਹੈ। ਅਰਦਾਸ ਪੂਰੀ ਹੋ ਤਾਂ ਦੀ ਕਿ ਸਾਡਾ ਸੁਭਾਅ ਕੀ ਹੈ, ਪਹਿਲਾਂ ਆਪ ਰੱਖ ਲੈਣਾ ਆਪਣਾ ਤੇ ਬਾਕੀ ਫਿਰ ਵੰਡ ਦੇਣਾ, ਮੇਰਾ ਨਾ ਕਿਤੇ ਵੰਡਿਆ ਜਾਏ। ਅਸਲ ਵਿੱਚ ਗੁਰਮਤਿ ਮਰਿਆਦਾ ਦਾ ਅਸੂਲ ਹੈ ਪਹਿਲਾਂ ਸੰਗਤ ਵਿੱਚ ਵੰਡਿਆ ਜਾਊਗਾ, ਉਹ ਤੋਂ ਬਾਅਦ ਜਿਹਦੀ ਅਰਦਾਸ ਹੈ ਉਹ ਛਕਣਾ, ਫਿਰ ਕਿਰਪਾ ਹੁੰਦੀ ਹੈ। ਤੇ ਮੇਰੇ ਵਰਗਾ ਭੱਜ ਕੇ ਪਹਿਲਾਂ ਜਾਂਦਾ, ਬਾਬਾ ਜੀ ਮੈਨੂੰ ਦੇ ਦਿਓ, ਮੈਂ ਹੀ ਨਾ ਰਹਿ ਜਾਂਗੇ, ਫਿਰ ਕੀ ਹੈ? ਫਿਰ ਤੇ ਤੂੰ ਆਪਣਾ ਹਿੱਸਾ ਲੈ ਗਿਆ, ਤੇਰੀ ਕਿਹੜੀ ਅਰਦਾਸ ਹੈ? ਸਤਿਗੁਰ ਕਹਿੰਦੇ ਪਹਿਲਾਂ ਸੰਗਤ ਵਿੱਚ ਵੰਡ ਕੇ ਪਿੱਛੋਂ ਜਿਹੜਾ ਕਿਣਕਾ ਵਚੇ, ਜਿਹਨੂੰ ਪੁਰਕਾ ਕਹਿੰਦੇ ਆ, ਉਹ ਫਿਰ ਤੂੰ ਆਪ ਛਕਣਾ ਹੈ। ਛਕਣ ਤੋਂ ਬਾਅਦ ਜਿਹੜੇ ਕੰਮ ਨੂੰ ਹੱਥ ਲਾਏਗਾ, ਮਨ ਸੁਖ ਬਣਜ ਹੋਵੇ, ਵਪਾਰ ਹੋਵੇ, ਸਦਾ ਫਤੇ ਰਹੂਗਾ। ਖੋ ਸਤਿਨਾਮ। ਅੱਜ ਵੀ ਗੁਰੂ ਕੇ ਸਿੱਖ ਜਿਹੜੇ ਬੰਦਗੀ ਵਾਲੇ ਆ ਨਾ, ਨਵੀਂ ਗੱਡੀ ਲੈਣ, ਨਵਾਂ ਘਰ ਬਣਾਉਣ, ਨਵਾਂ ਕਾਰਜ ਆਰੰਭ ਕਰਨ, ਕੁਛ ਵੀ ਕਰਨ, ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ, ਤੇ ਸਤਿਗੁਰ ਦੌੜਦੇ ਵੀ ਆ, ਗੁਰੂ ਸਾਹਿਬ ਵਰਤਦੇ ਵੀ ਆ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣਿਆ ਭਾਈ ਮਨਸੁਖ ਨੇ। ਇਹ ਇਕੱਲੇ ਮਨਸੁਖ ਵਾਸਤੇ ਨਹੀਂ, ਭਾਈ ਭਗੀਰਥ ਵਾਸਤੇ ਵੀ ਨੇ, ਸਾਰਿਆਂ ਵਾਸਤੇ। ਮਰਦ ਕਹਿੰਦੇ ਜਦੋਂ ਤੂੰ ਵਪਾਰ ਕਰੇਗਾ, ਤੇਰੇ ਵਪਾਰ ਵਿੱਚ ਰੱਬ ਵਰਤੂਗਾ, ਪਰਮੇਸ਼ਰ ਆਪ ਵਰਤੇਗਾ। ਸੰਧਿਆ ਕਾਲ ਹੈ ਪੜੋ ਬੋਰੀ, ਮਤ ਨਿਤ ਰੱਖੋ ਭਗਤ ਹੈ ਬੋਰੀ। ਭਾਈ ਆਪਣੀ ਮਤ ਨੂੰ ਝੱਲਿਆ ਬਣਾ ਕੇ ਰੱਖੀ, ਸਿਆਣਾ ਨਾ ਬਣੀ। ਸੰਧਿਆ ਦਾ ਵੇਲਾ ਸ਼ਾਮ ਦਾ ਹੋਵੇ ਤੇ ਬਾਣੀ ਪੜੀ, ਸਿਮਰਨ ਕਰੀ। ਦੇਖੋ ਕਿੱਡੀ ਵੱਡੀ ਗੱਲ ਮਰਦ ਨੇ ਦੱਸਤੀ ਵੀ ਜਦੋਂ ਬੰਦਗੀ ਕਰੇਗਾ ਨਾ, ਐਵੇਂ ਚਲਾਕੀਆਂ ਨਾ ਲੋਕਾਂ ਦਾ ਕਰਦਾ ਫਿਰੀ, ਕੋਈ ਫਾਇਦਾ ਨਹੀਂ। ਕਰੀ ਕਰਾਈ ਦੂਰ ਝੱਲਾ ਬਣ ਕੇ। ਝੱਲਾ ਕਿਵੇਂ? ਮਨ ਮਸਤ ਆਨੰਦ, ਕੋਈ ਕੁਛ ਕਹਿੰਦਾ ਕਹੀ ਜਾਏ, ਫੇਰ ਫਾਇਦਾ ਏ। ਹੁਣ ਮੇਰੇ ਵਰਗਾ ਸਵੇਰੇ ਸਵੇਰੇ ਪੜ੍ਹੇ 5 ਬਾਣੀਆਂ, ਤੇ ਜੋ ਦਿਨੇ ਕਿਸੇ ਨੇ ਕੁਛ ਕਹਿਤਾ, ਗੋਲੀ ਦੀ ਤੋਪ ਬਣਿਆ ਫਿਰਦਾ, ਕਹਿੰਦਾ ਕਹਿ ਕਿਵੇਂ ਗਿਆ, ਚੱਲ ਬਾਹਰ ਓਏ ਇੱਧਰ ਆ। ਅਸਰ ਉਦੋਂ ਹੋਣਾ ਜਦੋਂ ਝੱਲਾ ਬਣ ਗਿਆ ਨਾ, ਦੁਨਿਆਵੀ ਤੌਰ ਤੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤੋਂ ਤਨ ਦੀ ਉਹ ਹੈ ਡਾਰ। ਇਹ ਹੈ ਪ੍ਰੇਮ। ਕਹਿੰਦੇ ਮੈਂ ਪ੍ਰੇਮ ਆਪਣੇ ਗੁਰੂ ਨੂੰ ਕਰਦਾ, ਮੈਨੂੰ ਕੋਈ ਕਮਲਾ ਕਹਿ ਦੇ, ਝੱਲਾ ਕਹਿ ਦੇ, ਮਾੜਾ ਕਹਿ ਦੇ, ਬੁਰਾ ਕਹਿ ਦੇ, ਮੈਨੂੰ ਕੀ ਫਰਕ ਹੈ? ਮੈਂ ਤੇ ਖੁਦ ਕਹਿਣਾ ਮੈਂ ਝੱਲਾ ਹਾਂ। ਖੋ ਸਤਿਨਾਮ। ਜਿੱਦਣ ਇਹ ਕਹਿਣਾ ਸ਼ੁਰੂ ਕਰਤਾ, ਗੱਲ ਉਦੋਂ ਬਣਨੀ, ਪੰਗਾ ਤਾਂ ਪੈਂਦਾ। ਮੈਂ ਕਹਿਣਾ ਮੇਰੇ ਵਰਗਾ ਸਿਆਣਾ ਪੁੱਤ ਕਿਸੇ ਮਾਂ ਦਾ ਨਹੀਂ ਹੋਣਾ, ਤੇ ਲੋਕੀ ਕਹਿੰਦੇ ਇਹਨੂੰ ਅਕਲ ਨਹੀਂ ਹੈ। ਫਿਰ ਕੀ ਹੈ? ਕੀਤੀ ਬੰਦਗੀ, ਜਪ, ਤਪ, ਸਿਮਰਨ, ਉਹ ਕ੍ਰੋਧ ਗੁੱਸੇ ਨਹੀਂ ਖਰਾਬ ਕਰਦਾ।
ਮਰਦ ਕਹਿੰਦੇ ਤੇਰੇ ਬਣਜ ਚ ਪਰਮਾਤਮਾ ਆਪ ਵਰਤੂਗਾ, ਝੱਲਾ ਬਣ ਕੇ ਰਹਿਣਾ ਹੈ, ਕਮਲਾ ਬਣ ਕੇ ਰਹਿਣਾ ਹੈ, ਬਹੁਤੀਆਂ ਸਿਆਣਪਾਂ ਨਹੀਂ ਕਰਨੀਆਂ, ਠੱਗੀਆਂ ਨਹੀਂ ਮਾਰਨੀਆਂ, ਚਲਾਕੀਆਂ ਨਹੀਂ ਕਰਨੀਆਂ, ਸੋਧੇ ਸਿੱਧ ਸਹਿਜ ਸੁਭਾ ਸਾਰੇ ਕਾਰਜ ਕਰਨੇ ਨੇ। जब को अटक जाए वड काजू, सिमर हो सतगुर है सुख काजू। ਤੇ ਗੁਰੂ ਸਾਹਿਬ ਨੇ ਅਗਲਾ ਬਚਨ ਵੀ ਕਹਿ ਦਿੱਤਾ, ਮਨ ਸੁਖ ਸ਼ਾਹੂਕਾਰ, ਕਿਤੇ ਤੇਰਾ ਕਾਰਜ ਅੜ ਜੇ, ਜਹਾਜ਼ ਰੁਕ ਜੇ, ਕੁਛ ਵੀ ਹੋ ਜੇ, ਰਸਨਾ ਤੋਂ ਸਤਨਾਮ ਵਾਹਿਗੁਰੂ ਕਹਿ ਕੇ ਮੂਲ ਮੰਤਰ ਜਪ, ਛੋਟੀ ਅਰਦਾਸ ਕਰਦੇ। ਭਾਵ ਛੋਟੀ ਅਰਦਾਸ ਉਦੋਂ ਦੀ ਅਰਦਾਸ ਨਹੀਂ ਸੀ ਬਣੀ, ਛੋਟੀ ਕਿਹੜੀ ਹੈ? ਛੋਟੀ ਤੋਂ ਭਾਵ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਅਰਜ ਕਰਦੇ ਹੀ ਸਤਿਗੁਰ ਕਹਿੰਦੇ ਸਭੇ ਕਾਰਜ ਰਾਸ ਹੋਣਗੇ। ਆਖੋ ਸਤਨਾਮ। ਸਭੇ ਕਾਰਜ। ਭਾਈ ਮਨ ਸੁਖ ਦੇ ਨੇਤਰਾਂ ਚ ਨੀਰ ਵਗਦਾ ਸੀ। ਮੈਂ ਤੇ ਕਿਹਾ ਸੀ ਮਰਦ ਤੇਰਾ ਚੇਤਾ ਆਊਗਾ, ਤੁਹਾਡਾ ਖਿਆਲ ਸਤਾਊਗਾ, ਮੈਂ ਚੇਤੇ ਕਰਿਆ ਕਰਾਂ। ਗੁਰੂ ਕਹਿੰਦੇ ਅਰਦਾਸ ਕਰ, ਤੇਰੇ ਨਾਲ ਹੋਇਆ ਕਰਾਂਗੇ। ਹੋਏਗਾ ਭਾਈ ਮਨ ਸੁਖ ਨਾਲ। ਇੱਕ ਦਿਨ ਜਹਾਜ਼ ਪਸ਼ੂ ਸੰਗਲਾ ਤੀਰਥ ਤੇ ਗੁਰੂ ਨਾਨਕ ਕੱਢਣਗੇ। ਅਰਦਾਸ ਸੁਣ ਲਈ, ਪਹਿਲਾਂ ਹੀ ਦੱਸਦਾ, ਕਹਿੰਦੇ ਮੈਂ ਤੇਰੇ ਨਾਲ ਹਾਂ, ਅਸੀਂ ਅੰਗ ਸੰਗ ਹਾਂ, ਹਰ ਵੇਲੇ ਚੇਤੇ ਰੱਖੀ। अस प्रकार को सुन उपदिशा, ਗਵਨਿਓ ਸਤਿਗੁਰ ਪਾਏ ਨਿਦੇਸ਼ਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਭਾਈ ਮਨ ਸੁਖ ਇੰਨੇ ਖੁਸ਼ ਹੋਏ, ਪ੍ਰਸੰਨ ਹੋਏ, ਚਰਨੀ ਮੱਥਾ ਟੇਕਿਆ। ਕਹਿੰਦੇ ਮਹਾਰਾਜ ਆਗੇ ਹੈ। ਗੁਰਦੇਵ ਕਹਿੰਦੇ ਆਗੇ ਹੈ ਭਾਈ, ਜਾਓ ਕਾਰਜ ਰਾਸ ਸੁਣ ਕੇ। ਨਮਸਕਾਰ ਕੀਤੀ। ਭਾਈ ਪ੍ਰਦੀਪ ਜੀ ਨੂੰ ਮਿਲੇ, ਜੋ ਜੋ ਗੁਰੂ ਕੇ ਸਿੱਖ ਉਹਨਾਂ ਨੂੰ ਮਿਲਦੇ ਰਹੇ। ਸਭ ਨੂੰ ਮਿਲਣ ਤੋਂ ਬਾਅਦ ਆਪਣੇ ਨਗਰ ਨੂੰ ਆ ਗਏ। ਗਇਓ ਸੰਗਲਾ ਦੀਪ ਸਥਾਨਾ, ਬਹੁਰ ਭਗੀਰਥ ਕੋ ਗੁਣ ਖਾਨਾ। ਹੁਣ ਮਨ ਸੁਖ ਸ਼ਾਹੂਕਾਰ ਲੈ ਕੇ ਸਤਿਗੁਰ ਗੁਰਦੇਵ ਪਾਤਸ਼ਾਹ ਤੋਂ ਆਗੇ ਆਪਣੇ ਕਾਰਜ ਸੰਗਲਾ ਦੀਪ ਸ਼੍ਰੀ ਲੰਕਾ ਨੂੰ ਚਲੇ ਗਏ। ਹੁਣ ਪਿੱਛੇ ਸਤਿਗੁਰਾਂ ਕੋਲ ਸਨ ਭਾਈ ਭਗੀਰਥ। ਮਰਦ ਨੇ ਭਗੀਰਥ ਜੀ ਨੂੰ ਕੋਲ ਬੁਲਾਇਆ। ਕਹਿੰਦੇ ਗੁਰਮੁਖਾ ਹੁਣ ਤੂੰ ਵੀ ਜਾ ਭਾਈ, ਤੂੰ ਇੱਥੇ ਕੀ ਕਰਦਾ ਸ਼ਮਸ਼ਾਨ, ਘਰੇ ਚਲਿਆ ਜਾ। ਅੱਗੋਂ ਉਹਨਾਂ ਨੇ ਨਹੀਂ ਕਿਹਾ ਮਰਦ ਇੰਨੇ ਦਿਨ ਹੋ ਗਏ ਜੀ ਮੈਨੂੰ ਕਿਉਂ ਭੇਜ ਰਹੇ? ਕਹਿੰਦੇ ਸਤ ਬਚਨ ਜੋ ਆਪ ਜੀ ਦਾ ਹੁਕਮ ਹੈ। ਆਇਸ ਦੀਨ ਸਦਨ ਅਬ ਜਾਓ, ਹਿਰਦੇ ਸਦਾ ਨਾਮ ਲਿਵ ਲਾਓ। ਆਖਰੀ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਆਖੇ ਭਾਈ ਭਗੀਰਥ ਨੂੰ। ਕਹਿੰਦੇ ਘਰ ਜਾ ਕੇ ਨਾਮ ਜਪੋ, ਲਿਵ ਲਾ ਕੇ ਰੱਖਿਓ ਭਾਈ। ਲਿਵ ਹੋਵੇ ਲੱਗੀ ਹੋਈ, ਜਿਹਦੀ ਲਿਵ ਲੱਗੀ ਹੈ ਨਾ ਗੱਲ ਉਹਦੀ ਬਣਦੀ ਹੈ। ਮਰਦ ਲਿਖਦੇ ਆ ਜੇ ਲਾਏ ਰਹਾ ਲਿਵ ਤਾਰ। ਲਿਵ ਜੋੜ ਕੇ ਤਾਰ ਜੋੜ ਕੇ ਬੈਠੇਗਾ ਗੱਲ ਤਾਂ ਬਣਨੀ। ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ। ਨਾਨਕ ਪ੍ਰਕਾਸ਼ ਦੇ 4 ਭਾਗਾਂ ਵਿੱਚੋਂ ਅੱਜ ਪਹਿਲੀ ਪੋਥੀ ਦੀ ਬਿਲਕੁਲ ਸੰਪੂਰਨਤਾ ਹੈ। ਇਹ ਆਖਰੀ ਪੰਕਤੀਆਂ ਸਨ ਭਾਈ ਭਗੀਰਥ ਜੀ ਨੂੰ ਆਗਿਆ ਦੇ ਕੇ ਭੇਜਣਾ। ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਦਇਆ ਕੀਤੀ ਹੈ, ਪੋਥੀ ਦੀ ਸੰਪੂਰਨਤਾ ਹੋਈ ਹੈ। ਅਗਲਾ ਤੀਜਾ ਭਾਗ ਗੁਰ ਇਤਿਹਾਸ ਦਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਕੱਲ੍ਹ ਦੇ ਦੀਵਾਨਾਂ ਵਿੱਚ ਆਰੰਭ ਹੋਏਗਾ, ਜਿਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆ ਨੂੰ ਸਿੱਧੇ ਰਾਹ ਪਾਉਣਗੇ, ਤਾਰਨਗੇ, ਜੱਗ ਨੂੰ ਤਾਰਨ ਦੇ ਬਹਾਨੇ ਬਣਾਉਣਗੇ। ਮਹਾਰਾਜ ਦੀ ਕਿਰਪਾ ਨਾਲ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਪੋਥੀ ਦੀ ਸੰਪੂਰਨਤਾ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਕਿਉਂਕਿ ਬੇਸ਼ੱਕ ਸਮਾਂ ਬੜਾ ਭਿਆਨਕ ਚੱਲਦਾ ਹੈ, ਪਰ ਫਿਰ ਵੀ ਗੁਰੂ ਸਾਹਿਬ ਨੇ ਸੇਵਾ ਲਈ ਸਾਨੂੰ ਸਤਸੰਗ ਦੀਆਂ ਘੜੀਆਂ ਬਖਸ਼ੀਆਂ। ਸਤਸੰਗ ਹੀ ਐਸਾ ਹੈ ਜਿਹਨੇ ਇਸ ਜਗਤ ਜਲੰਦੇ ਨੂੰ ਉਤਾਰਿਆ। ਅੱਜ ਦੁਨੀਆ ਤੇ ਕਹਿਰ ਅੱਗ ਵਰਤਦੀ ਹੈ। ਗੁਰੂ ਕਿਰਪਾ ਕਰਨ, ਸਤਸੰਗ ਕਰਦੇ ਆ ਕਿਤੇ ਅੰਦਰ ਸੁਖੀ ਹੋ ਜੇ। ਅਰਦਾਸ ਕਰੀਏ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਸਤਿਗੁਰੂ ਕਿਰਪਾ ਕਰਕੇ ਸੜਦੇ ਬੜਦੇ ਸੰਸਾਰ ਨੂੰ ਆਪਣੇ ਚਰਨਾਂ ਨਾਲ ਜੋੜੋ, ਸ਼ਾਂਤੀ ਪ੍ਰਦਾਨ ਕਰੋ। ਅੱਜ ਸਤਿਗੁਰਾਂ ਦੇ ਪਾਵਨ ਇਤਿਹਾਸ ਤੇ ਇਹਨਾਂ ਪ੍ਰਸੰਗਾਂ ਦੀ ਸੰਪੂਰਨਤਾ ਹੈ। ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨਗੇ ਕੱਲ੍ਹ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।